ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਨਾਰਥ ਅਮਰੀਕਾ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਮੈਂ ਦਿਲ ਨਿੱਜਰ ਜੀ। ਨਿੱਜਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਅੱਜ NVC ਦਾ ਜਿਹੜਾ ਹੁੰਦਾ ਵੀਜ਼ਾ ਬੁਲੇਟਿਨ ਉਹ ਲੈ ਕੇ ਆਏ ਹਾਂ, ਤਾਂ ਕਿ ਸਾਡੇ ਜਿਹੜੇ ਦਰਸ਼ਕਾਂ ਨੂੰ ਬੜੀ ਉਡੀਕ ਹੁੰਦੀ ਆ ਕਿ ਜਿਹੜਾ ਕੈਟਾਗਰੀ ਜਿਹੜੀ ਵੱਖ-ਵੱਖ ਕੈਟਾਗਰੀਜ਼ ਹੈ, ਫੈਮਿਲੀ ਕੈਟਾਗਰੀਜ਼ ਆ, ਉਹਦਾ ਸਟੇਟਸ ਕੀ ਚੱਲ ਰਿਹਾ, ਉਹਨਾਂ ਦੀਆਂ ਤਰੀਕਾਂ ਕੀ ਚੱਲ ਰਹੀਆਂ, ਉਹਨਾਂ ਦੀਆਂ ਇੰਟਰਵਿਊਜ਼ ਕਦੋਂ ਆਉਂਦੀਆਂ। ਉਸ ਤੋਂ ਇਲਾਵਾ ਆਪਾਂ ਥੋੜ੍ਹੀਆਂ ਜਿਹੀਆਂ ਇਲੈਕਸ਼ਨ ਆ ਗਈਆਂ, ਉਹਦੇ ਬਾਰੇ ਵੀ ਚਰਚਾ ਕਰਾਂਗੇ ਅਤੇ ਨਵੇਂ ਕਾਨੂੰਨ ਜਿਹੜੇ ਆਏ ਆ ਉਹਦੇ ਬਾਰੇ ਵੀ ਦੱਸਾਂਗੇ। ਡਾਕਾ ਦਾ ਜਿਹੜਾ ਹੈਗਾ ਇੱਕ ਕੋਰਟ ਵੱਲੋਂ ਉਹਦਾ ਕੀ ਫੈਸਲਾ ਹੋਇਆ ਉਹਦੇ ਬਾਰੇ ਵੀ ਆਪਾਂ ਕਰਾਂਗੇ, ਜਿਹਦੇ ਨਾਲ ਬਹੁਤ ਸਾਰੇ ਆਪਣੇ ਇੰਡੀਅਨ ਜਿਹੜੇ ਖਾਸ ਕਰਕੇ ਭਾਰਤੀ ਇੱਥੇ ਲੋਕ ਰਹਿੰਦੇ ਆ ਉਹ ਪ੍ਰਭਾਵਿਤ ਹੋਏ ਆ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ। ਅਤੇ ਉਸ ਤੋਂ ਇਲਾਵਾ ਹੋਰ ਵੀ ਖਬਰਾਂ ਹੈਗੀਆਂ ਅਮਰੀਕਾ ਅਤੇ ਕੈਨੇਡਾ ਨਾਲ ਰਿਲੇਟਡ, ਜਿਹੜੀਆਂ ਕਿ ਇਮੀਗ੍ਰੇਸ਼ਨ ਨਾਲ ਵੀ ਰਿਲੇਟਡ ਆ ਜੀ। ਅਤੇ ਇਜਾਜ਼ਤ ਆ ਜੀ। ਜੀ ਬਿਲਕੁਲ ਜੀ, ਦੱਸੋ ਪਹਿਲਾਂ ਆਪਣੇ ਵੀਜ਼ਾ ਬੁਲੇਟਿਨ ਬਾਰੇ ਚਾਨਣਾ ਪਾਓ। ਨਿੱਜਰ ਸਾਹਿਬ, ਇਸ ਵੇਲੇ ਜਿਹੜਾ ਵੀਜ਼ਾ ਬੁਲੇਟਿਨ ਦਿਖ ਰਿਹਾ ਅਕਤੂਬਰ ਦਾ ਆ ਚੁੱਕਾ 2023 ਦਾ, ਉਹਦੇ ਹਿਸਾਬ ਨਾਲ ਇਹ ਦੱਸ ਰਹੇ ਆ ਕਿ ਜਿਹੜਾ F4 ਜਿਨ੍ਹਾਂ ਨੂੰ ਪੇਪਰਾਂ ਲਈ ਕਾਲ ਕੀਤੀ ਜਾਂਦੀ ਆ, ਉਹ 22 ਫਰਵਰੀ 2006 ਦੇ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਬੁਲਾਇਆ ਜਾ ਰਿਹਾ। F3 ਜਿਹੜਾ ਹੈਗਾ 1 ਮਾਰਚ 2010, F2B 1 ਜਨਵਰੀ 2017, F2A 1 ਸਤੰਬਰ 2023 ਅਤੇ F1 ਜਿਹੜਾ ਹੈਗਾ 1 ਸਤੰਬਰ 2017। ਇਸ ਹਿਸਾਬ ਨਾਲ ਜਿਨ੍ਹਾਂ ਨੂੰ ਇੰਟਰਵਿਊ ਲਈ ਸੱਦਿਆ ਜਾ ਰਿਹਾ NVC ਵੱਲੋਂ, ਉਹਨਾਂ ਦਾ ਹੈਗਾ ਜੀ F4 ਜਿਹੜੇ ਕੈਟਾਗਰੀਜ਼ ਦੇ ਹੈਗੇ ਆ, ਫੈਮਿਲੀ ਭੈਣ ਭਰਾ ਜਿਹੜੇ ਹੈਗੇ ਆ, ਉਹਨਾਂ ਦੀ ਡੇਟ ਚੱਲ ਰਹੀ ਆ 8 ਅਕਤੂਬਰ 2005, F3 ਜਿਹੜੀ ਚੱਲ ਰਹੀ ਆ 8 ਜਨਵਰੀ 2009, F2B 22 ਸਤੰਬਰ 2015, F2A 8 ਸਤੰਬਰ 2019 ਅਤੇ F1 ਜਿਹੜੀ ਚੱਲ ਰਹੀ ਹੈ ਜੀ ਇਸ ਵੇਲੇ 1 ਜਨਵਰੀ 2015। ਕਾਫੀ ਡਿਲੇ ਹੈਗਾ ਜਿੱਦਾਂ F4 ਦੇ ਵਿੱਚ। ਬਾਕੀ ਕੈਟਾਗਰੀਆਂ ਤਾਂ ਆਲਮੋਸਟ ਸਿਮਿਲਰ ਜਿੱਦਾਂ ਪਹਿਲਾਂ ਟਾਈਮ ਹੈਗਾ ਉਸ ਹਿਸਾਬ ਨਾਲ ਚੱਲ ਰਹੀਆਂ ਆ। ਇਹਨਾਂ ਦੇ ਕਹਿਣ ਦੇ ਬਾਵਜੂਦ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਜਾਂ ਜਿਹੜੀ ਸਾਡੀ ਵੀਜ਼ਾ ਸੈਂਟਰ ਹੈਗੇ ਉਹਨਾਂ ਦੇ ਵਿੱਚ ਨਵੇਂ ਸਟਾਫ ਲਾਵਾਂਗੇ, ਉਹਦੇ ਵਿੱਚ ਤਬਦੀਲੀ ਲਿਆਂਦੀ ਜਾਊਗੀ, ਉਹ ਆਪਾਂ ਨੂੰ ਕੋਈ ਦੇਖਣ ਨੂੰ ਹਜੇ ਮਿਲੀ ਨਹੀਂ ਗੀ। ਬਿਲਕੁਲ ਜੀ। ਕੋਵਿਡ ਤੋਂ ਬਾਅਦ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ ਵੱਖ-ਵੱਖ ਦੇਸ਼ਾਂ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਆਪਣੇ ਇੰਪਲਾਈ ਜਿਹੜੇ ਉਹ ਜ਼ਿਆਦਾ ਕਰਾਂਗੇ, ਜਾਂ ਜਿਹੜੇ ਇੱਥੋਂ ਦੇ ਜਿਹੜੇ ਹੈਗੇ ਆ ਅਮਰੀਕਾ 'ਚ ਉੱਥੇ ਵੀ ਅਸੀਂ ਜ਼ਿਆਦਾ ਕਰਾਂਗੇ, ਪਰ ਹਾਲੇ ਦੇਖਣ ਨੂੰ ਕੁਛ ਮਿਲਿਆ ਨਹੀਂ ਖਾਸ, ਕਿਉਂਕਿ ਬਹੁਤ ਸਲੋਅ ਚੱਲ ਰਿਹਾ ਸਾਰਾ ਕੁਛ ਹੀ, ਸਾਰਾ ਪ੍ਰੋਸੈਸ ਬਹੁਤ ਜਿਹੜਾ ਸਲੋਅ ਆ, ਜਿਹਦੇ ਨਾਲ ਬਹੁਤ ਜਿਹੜੇ ਲੋਕ ਆ ਉਹ ਪਰੇਸ਼ਾਨ ਹੋ ਰਹੇ ਜਿਹੜੇ ਬਾਹਰੋਂ ਜਿਨ੍ਹਾਂ ਨੇ ਆਉਣਾ। ਬਿਲਕੁਲ, ਜਿੱਦਾਂ ਦਿੱਲੀ ਤੋਂ ਬੰਬੇ ਇੰਟਰਵਿਊ ਵਗੈਰਾ ਹੁੰਦੀਆਂ ਅਤੇ ਇਹਨਾਂ ਨੇ ਓਵਰਸੀਜ਼ ਵੀ ਐਕਸਟਰਾ ਸਟਾਫ ਜਿਹੜਾ ਕਿਹਾ ਸਾ ਰੱਖਾਂਗੇ, ਪਰ ਉਹ ਹਜੇ ਇਹੋ ਜਿਹੀ ਗੱਲ ਕੋਈ ਦੇਖਣ ਨੂੰ ਆਪਾਂ। ਪਹਿਲੀ ਗੱਲ ਤਾਂ ਇਹ ਨਿੱਜਰ ਸਾਹਿਬ, ਇੱਥੇ ਹੁਣ ਗੱਲ ਤੁਸੀਂ ਛੇੜੀ ਆ, ਅਤੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਕਿ ਜਿਵੇਂ ਪੰਜਾਬ 'ਚ ਰਹਿੰਦੇ ਬੰਦੇ ਜਾਂ ਹਰਿਆਣੇ 'ਚ ਰਹਿੰਦੇ, ਉਹਨਾਂ ਨੂੰ ਜਾ ਕੇ ਤਰੀਕ ਜਿਹੜੀ ਆ ਉਹਨਾਂ ਦੀ ਉੱਥੇ ਇੰਟਰਵਿਊ ਜਿਹੜੀ ਆ ਉਹ ਆਉਂਦੀ ਆ ਬੰਬੇ, ਉਹ ਬੜੀ ਪ੍ਰੋਬਲਮ ਆ ਰਹੀ ਹੈ ਇਸ ਵੇਲੇ, ਕਿਉਂਕਿ ਚੰਗਾ ਭਲਾ ਇਹਨਾਂ ਦਾ ਦਿੱਲੀ ਸਟੈਬਲਿਸ਼ ਹੋਇਆ ਸੀ ਆਫਿਸ, ਇਹਨਾਂ ਨੇ ਜਾ ਕੇ ਬੰਬੇ ਕਰਤਾ। ਲੋਕਾਂ ਨੂੰ ਉੱਥੇ ਆਉਣਾ ਜਾਣਾ ਬੜਾ ਔਖਾ, ਕੋਈ ਬਜ਼ੁਰਗ ਆ ਅਤੇ ਉਹਦੇ ਲਈ ਤਾਂ ਸਭ ਤੋਂ ਜ਼ਿਆਦਾ ਔਖਾ, ਇੱਕ ਬਜ਼ੁਰਗ ਹੁੰਦਾ ਨਾਲ 1-2 ਬੰਦੇ ਲੈ ਕੇ ਜਾਣੇ ਪੈਂਦੇ ਆ, ਬਾਈ 에ਅਰ ਦੀਆਂ ਟਿਕਟਾਂ ਜਾਂ ਟ੍ਰੇਨ ਦੀਆਂ ਟਿਕਟਾਂ, ਖੱਜਲ ਖਰਾਬੀ ਹੁੰਦੀ ਆ, ਕਈ ਦਿਨ ਲੱਗ ਜਾਂਦੇ ਆ ਆਉਣ ਜਾਣ ਨੂੰ। ਫਿਰ ਇੱਕ ਗੱਲ ਹੋਰ ਹੁੰਦੀ ਆ, ਫਿਰ ਉੱਥੇ ਜਾ ਕੇ ਫਿੰਗਰਪ੍ਰਿੰਟਸ ਵੀ ਹੋਣੇ ਆ। ਜਦੋਂ ਫਿੰਗਰਪ੍ਰਿੰਟਸ, ਇਹ ਤਾਂ ਹੈ ਨਹੀਂ ਵੀ ਜਿੱਦਣ ਇੰਟਰਵਿਊ ਉਦੋਂ ਫਿੰਗਰਪ੍ਰਿੰਟਸ ਹੋਣੇ, ਫਿੰਗਰਪ੍ਰਿੰਟਸ ਕਈਆਂ ਦੇ ਮਦਰਾਸ ਹੁੰਦੇ ਜਾ ਕੇ। ਜੀ ਬਿਲਕੁਲ, ਕਾਫੀ ਖੱਜਲ ਖੁਆਰੀ ਹੈਗੀ। ਪਹਿਲਾਂ ਮਦਰਾਸ ਜਾਓ, ਫਿਰ ਉੱਥੇ ਫਿੰਗਰਪ੍ਰਿੰਟਸ ਦੀ ਵੇਟ ਕਰੋ, ਹੋਟਲਾਂ ਦਾ ਖਰਚਾ ਕਰੋ, ਫਿਰ ਉੱਥੋਂ ਜਾ ਕੇ ਵਾਪਸ ਬੰਬੇ ਆਓ, ਅਤੇ ਇਹ ਬੜੀ ਪ੍ਰੋਬਲਮਸ ਆ। ਪਰ ਮੈਨੂੰ ਲੱਗਦਾ ਨਹੀਂ ਰੰਧਾਵਾ ਸਾਹਿਬ ਇਹਦੇ ਪਿੱਛੇ ਕੋਈ ਅਮਰੀਕਨ ਗੌਰਮੈਂਟ ਦੀ ਕੋਈ ਪਾਲਿਸੀ ਹੈਗੀ ਜਾਂ ਅਮਰੀਕਨ ਗੌਰਮੈਂਟ ਇੱਦਾਂ ਕਰ ਰਹੀ ਆ। ਮੈਨੂੰ ਲੱਗਦਾ ਜਿਹੜਾ ਕੰਟਰੀ ਆ, ਇੰਡੀਆ ਦੀ ਗੱਲ ਨਹੀਂ, ਹੋਰ ਉਹਨਾਂ ਨੇ ਕੋਈ ਫੈਸਿਲਿਟੀ ਦੇਣੀ ਚਾਹੀਦੀ। ਉਹਨਾਂ ਨੇ ਸਾਰਾ ਦੱਸਣਾ ਹੁੰਦਾ ਵੀ ਸਾਡੇ ਕੋਲ ਬਿਲਡਿੰਗ ਅਵੇਲੇਬਲ ਹੈਗੀ ਆ। ਇਹਨਾਂ ਨੇ ਤਾਂ ਇੱਕ ਪ੍ਰੋਸੈਸ ਲਈ ਜਗ੍ਹਾ ਲੈ ਲਈ ਆ, ਉੱਥੇ ਕਰਦੇ ਤਾਂ ਉਹੀ ਆ ਨਾ ਸਾਰਾ। ਨਹੀਂ, ਅਸੀਂ ਨਹੀਂ ਕਹਿੰਦੇ ਕਿ ਉੱਥੇ ਮਤਲਬ ਸਾਰੇ ਜਾਣੇ ਉੱਥੇ ਮਤਲਬ ਦਿੱਲੀ ਜਾਣ, ਇੱਕ ਬੰਬੇ ਰਹਿਣ ਦੇਣ ਜਿਹੜਾ ਹੈਗਾ, ਇੱਕ ਜਿਵੇਂ ਦਿੱਲੀ ਪਹਿਲਾਂ ਚੱਲਦਾ ਸੀ, ਇੱਕ ਦਿੱਲੀ ਵੀ ਚਲਾ ਦੇਣ। ਬਿਲਕੁਲ, 2 ਥਾਵਾਂ 'ਤੇ ਪ੍ਰੋਸੈਸ ਹੋਊਗਾ, ਕੰਮ ਜਿਹੜਾ ਉਹ ਆਟੋਮੈਟਿਕਲੀ ਫਾਸਟ ਹੋਊਗਾ। ਇੱਥੇ ਬਹੁਤ ਸਾਰੇ ਜਦੋਂ ਅਸੀਂ ਲੀਡਰਾਂ ਨਾਲ ਵੀ ਗੱਲ ਕਰਦੇ ਹਾਂ, ਕਾਂਗਰਸਮੈਨ ਨਾਲ ਜਾਂ ਹੋਰ, ਅਤੇ ਉਹਨਾਂ ਨਾਲ ਵੀ ਇਹੋ ਡਿਸਕਸ ਕਰੀਦਾ ਵੀ ਤੁਸੀਂ ਜਿਹੜਾ
ਇਹ ਜਿਹੜਾ ਇੱਕ ਘੱਟੋ ਘੱਟ ਅੰਬੈਸੀ ਆ ਉਹ ਹੋਰ ਉੱਥੇ ਐਸਟੈਬਲਿਸ਼ ਕਰੋ ਜਾਂ ਦਿੱਲੀ ਲੈ ਕੇ ਆਓ। ਜਾਂ ਮੈਂ ਤੁਹਾਡੀ ਗੱਲ ਤੋਂ ਮੈਨੂੰ ਗੱਲ ਚੇਤੇ ਆਈ ਕਾਫੀ ਤੇ 91 ਤੋਂ ਪਹਿਲਾਂ ਦੀਆਂ ਗੱਲਾਂ ਇਹ ਕਿ ਇਹ ਸੁਣਦੇ ਸੀਗੇ ਕਿ ਚੰਡੀਗੜ੍ਹ ਵਗੈਰਾ ਦੇ ਵਿੱਚ ਕੋਈ ਨਾ ਕੋਈ ਵੀਜ਼ਾ ਪ੍ਰੋਸੈਸਿੰਗ ਜਾਂ ਪੇਪਰ ਲੈਣ ਦੀ ਕੋਈ ਸੁਵਿਧਾ ਸ਼ੁਰੂ ਹੋਣੀ ਚਾਹੀਦੀ ਆ। ਕੈਨੇਡਾ ਨੇ ਕੀਤਾ ਸੀ, ਸ਼ਾਇਦ ਉਹ ਵੀ ਚੱਲਦਾ ਹਜੇ ਜੇ ਨਹੀਂ, ਪਰ ਉਹ ਜਿਹੜੀ ਅਮਰੀਕਾ ਵਾਲੀ ਗੱਲ ਉਹ ਨੇੜੇ ਹੁਣ ਵੀ ਦੂਰ ਹੋ ਗਿਆ ਕੰਮ, ਦੂਰ ਹੋ ਗਿਆ, ਸਗੋਂ ਦੂਰ ਹੋ ਗਿਆ। ਉਹਦੇ ਨਾਲ ਕਾਫੀ ਪ੍ਰੋਬਲਮਸ ਜਿਹੜੀ ਆ ਸਾਰੇ ਲੋਕਾਂ ਨੂੰ ਆ ਰਹੀ ਆ। ਅਗਲੀ ਖਬਰ ਰੰਧਾਵਾ ਸਾਹਿਬ ਸਾਡੇ ਕੋਲ ਜਿਹੜੀ ਹੈਗੀ ਆ ਬੜੀ ਕਾਫੀ ਲੋਕਾਂ ਨੂੰ ਬੜੀ ਹਿਲਾਉਣ ਵਾਲੀ ਕਹਿ ਲਓ ਖਬਰ ਆ ਜਾਂ ਦਿਲ ਟੁੱਟਣ ਵਾਲੀ ਖਬਰ ਕਹਿ ਸਕਦੇ ਹਾਂ ਆਪਾਂ, ਪਰ ਇਹਦਾ ਹਜੇ ਕੀ ਹੋਣਾ ਉਹ ਨਹੀਂ ਪਤਾ। ਇਹਦਾ ਐਕਸ਼ਨ ਹੋ ਗਿਆ ਆ, ਇਹਦਾ ਰਿਐਕਸ਼ਨ ਕੀ ਹੋਣਾ ਉਹ ਕਿੱਦਾਂ ਹੋਊਗਾ ਉਹਦਾ ਬਾਰੇ ਆਪਾਂ ਨਹੀਂ ਹਜੇ ਕਹਿ ਸਕਦੇ ਕਿ ਇਹ ਹਾਈ ਕੋਰਟ ਤੋਂ ਗਾਂਹ ਹਜੇ ਕੇਸ ਜਿਹੜਾ ਚੱਲੂਗਾ ਉਹ ਜਾਂ ਕਿੱਦਾਂ। ਇਹ ਜਿਹੜੀ ਖਬਰ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਬਾਰੇ ਹੈਗੀ ਆ, ਜਿਹਨੂੰ ਆਪਾਂ ਸ਼ਾਰਟ ਫਾਰਮ 'ਚ ਡਾਕਾ ਕਹਿੰਦੇ ਆ, DACA। ਇਹ ਪ੍ਰੈਜ਼ੀਡੈਂਟ ਜਿਹੜੇ ਪਹਿਲਾਂ ਸੀਗੇ ਉਹਨਾਂ ਨੇ ਸ਼ੁਰੂ ਕੀਤੀ ਸੀਗੀ, ਓਬਾਮਾ ਸਾਹਿਬ ਨੇ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੇ ਬੱਚੇ ਜਿਹੜੇ ਕੋਈ ਪੇਰੈਂਟਸ ਹੁੰਦੇ ਆ ਇਲੀਗਲ ਹੁੰਦੇ ਆ, ਉਹਨਾਂ ਦੇ ਨਾਲ ਬੱਚੇ ਹੁੰਦੇ, ਉਹਨਾਂ ਦਾ ਕੀ ਕਸੂਰ ਆ? ਉਹਨਾਂ ਨੇ ਪੜ੍ਹਨਾ ਵੀ ਹੁੰਦਾ, ਉਹਨਾਂ ਨੇ ਕੰਮ ਵੀ ਕਰਨਾ ਹੁੰਦਾ, ਉਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ। ਛੋਟੀ ਉਮਰੇ ਜਦੋਂ ਉਹਨਾਂ ਨੂੰ ਲੈ ਕੇ ਹੁੰਦੇ ਨਾਲ ਤੇ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, ਜਿਸ ਕਰਕੇ ਉਹਨਾਂ ਨੇ ਉਹਨਾਂ ਲਈ ਐਲੀਜੀਬਿਲਟੀ ਇਹ ਕਰ ਦਿੱਤੀ ਸੀ ਵੀ ਚਲੋ ਵੀ ਇਹਨਾਂ ਲਈ ਹੁਣ ਇਹ ਜਿਹੜਾ ਪ੍ਰੋਗਰਾਮ ਆ ਡੈਫਰਡ ਐਕਸ਼ਨ ਫॉर ਚਾਈਲਡਹੁੱਡ, ਉਹਦੇ ਅੰਡਰ ਜਿਹੜਾ ਇੱਕ ਨਵਾਂ ਪ੍ਰੋਗਰਾਮ ਬਣਾ ਕੇ ਉਹਨਾਂ ਨੇ ਉਹਦੇ ਅੰਡਰ ਉਹ ਇੱਥੇ ਪੱਕੇ ਹੋਣ ਦੇ ਐਲੀਜੀਬਲ ਕਰ ਦਿੱਤੇ ਸੀ। ਬਹੁਤ ਸਾਰੇ ਕੇਸ ਹੋਏ ਜਦੋਂ ਡੋਨਲਡ ਟਰੰਪ ਇੱਥੇ ਸੱਤਾ ਵਿੱਚ ਆਏ, ਉਹਨਾਂ ਨੇ ਰਾਈਟ ਵੇ ਇਹ ਐਲਾਨ ਕਰ ਦਿੱਤਾ ਕਿ ਇਹ ਜਿਹੜਾ ਸਿਸਟਮ ਬੰਦ ਹੋਊਗਾ। ਬਹੁਤ ਸਾਰੇ ਕੇਸ ਚੱਲੇ, ਕਈ ਕੋਰਟਾਂ 'ਚ ਚੱਲੇ, ਹਾਲੇ ਤੱਕ ਵੀ ਚੱਲ ਰਹੇ ਆ। ਬਾਈਡਨ ਨੇ ਆਣ ਕੇ ਉਸ ਡਾਕਾ ਸਿਸਟਮ ਨੂੰ ਫੇਰ ਆਣ ਕੇ ਦੁਬਾਰਾ ਸ਼ੁਰੂ ਕਰ ਦਿੱਤਾ ਸੀਗਾ ਆਪਣੇ ਜਦੋਂ ਉਹਨਾਂ ਦਾ ਨਵੇਂ ਇੱਥੇ ਪ੍ਰੈਜ਼ੀਡੈਂਟ ਦੀ ਸਹੁੰ ਚੁੱਕੀ, ਉਸ ਤੋਂ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਇਹ ਡਾਕਾ ਦਾ ਉਹਨਾਂ ਨੇ ਐਲਾਨ ਕਰਤਾ ਸੀ ਵੀ ਦੁਬਾਰਾ ਫਿਰ ਉਹ ਹੈਗੇ ਤਾਂ ਇਹਦੇ ਵਿੱਚ ਵਰਲਡ ਵਾਈਡ ਤੋਂ ਹੀ ਬੱਚੇ ਇਨਵੋਲਵ ਹੈਗੇ ਆ, ਪਰ ਇੰਡੀਆ ਦੇ ਬੱਚੇ ਵੀ ਇਹਦੇ ਨਾਲ ਪ੍ਰਭਾਵਿਤ ਹੋਏ ਆ, ਕਿਉਂਕਿ ਹਾਲੇ ਇਹ ਨਹੀਂ ਹੈਗਾ ਵੀ ਜਿਹੜੇ ਪੁਰਾਣੇ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਇਹ ਕਹਿ ਰਹੇ ਆ ਵੀ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਲਿਆ ਜਾਊਗਾ, ਉਹਨਾਂ 'ਤੇ ਉਹ ਜਿਸ ਤਰ੍ਹਾਂ ਐਜ਼ ਚੱਲ ਰਿਹਾ, ਜਿਨ੍ਹਾਂ ਨੇ ਆਲਰੇਡੀ ਕੋਈ ਡੇਟ ਬਾਉਂਡ ਹੈਗਾ ਹੈ ਵੀ ਜਿਨ੍ਹਾਂ ਨੇ 2021 ਜਾਂ ਸਮਥਿੰਗ ਇਸ ਤਰ੍ਹਾਂ ਹੈਗਾ ਵੀ ਪਹਿਲਾਂ ਦਾ ਅਪਲਾਈ ਕੀਤਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਹ ਥੋੜ੍ਹਾ ਜਿਹਾ ਇਹਨਾਂ ਨੇ ਰੋਕਿਆ ਹੋਇਆ ਜੀ। ਇਹਦੇ ਵਿੱਚ ਨਾ ਜਿਹੜੇ ਜੱਜ ਐਂਡਰੂ ਹੈਨਨ ਨੇ ਇਹ ਫੈਸਲਾ ਦਿੱਤਾ ਕਿ ਜਿਹੜੀ ਓਬਾਮਾ ਪ੍ਰੈਜ਼ੀਡੈਂਟ ਓਬਾਮਾ ਸੀ, ਜਦੋਂ ਬਾਰਕ ਓਬਾਮਾ, ਉਹਨਾਂ ਨੇ ਇਹ ਲਾਅ ਬਣਾਇਆ ਜਿਹੜਾ ਤੁਸੀਂ ਦੱਸਿਆ ਕਿ ਡਾਕਾ ਦੇ ਅੰਡਰ ਜੇ ਕੋਈ ਬੱਚਾ ਆਉਂਦਾ ਉਹਨੂੰ ਗ੍ਰੀਨ ਕਾਰਡ ਜਾਂ ਉਹਨੂੰ ਰਹਿਣ ਦੀ ਪੜ੍ਹਨ ਦੀ ਸਹੂਲਤ ਦਿੱਤੀ ਜਾਵੇ। ਇਹਦੇ ਵਿੱਚ ਜਿਹੜੇ ਸਭ ਤੋਂ ਵੱਧ ਲੋਕਾਂ ਨੇ ਇਹਦਾ ਫਾਇਦਾ ਲਿਆ ਜਾਂ ਜਿਹੜੀ ਸਭ ਤੋਂ ਵੱਧ ਕੰਟਰੀ ਉਹ ਮੈਕਸੀਕੋ ਦੇ ਜਿਹੜੇ ਸਭ ਤੋਂ ਮੂਲ ਨਿਵਾਸੀ ਉਹਨਾਂ ਨੇ ਇਸ ਗੱਲ ਦਾ ਫਾਇਦਾ ਲਿਆ। ਪਰ ਹੈਨਨ ਜਿਹੜਾ ਐਂਡਰੂ ਹੈਨਨ ਨੇ ਇਹ ਫੈਸਲਾ ਦੇ ਦਿੱਤਾ ਹੁਣ ਕਿ 16 ਜੁਲਾਈ 2021 ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਡਾਕਾ ਦੇ ਪੇਪਰ ਅਪਲਾਈ ਕਰ ਦਿੱਤੇ ਆ ਉਹ ਵੈਲਿਡ ਹੈਗੇ ਆ, ਪਰ ਉਦੋਂ ਬਾਅਦ ਜਿਹੜੇ ਹੈਗੇ ਉਹਨਾਂ ਦੇ ਉੱਤੇ ਜਿਹੜੀ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦੇਣੀ। ਜੱਜ ਹੈਨਨ ਨੇ ਇਹ ਵੀ ਕਿਹਾ ਕਿ ਲਗਭਗ 580 ਲੋਕਾਂ ਨੂੰ ਦੇਸ਼ ਨਿਕਾਲੇ ਦੇ ਜਿਹੜੇ ਸੁਰੱਖਿਆ ਪਰਮਿਟ ਦਿੱਤੇ ਸੀ ਉਹ ਖਤਮ ਪਰ ਉਹਨੇ ਇਹ ਨਹੀਂ ਕਿਹਾ ਵੀ ਖਤਮ ਕਰ ਦਿਓ, ਪਰ 5,80,000 ਲੋਕ ਜਿਹੜੇ ਆ ਉਹ ਇਸ ਚੱਕਰ ਦੇ ਵਿੱਚ ਪੈ ਸਕਦੇ ਆ ਜਿਨ੍ਹਾਂ ਦੇ ਪਰਮਿਟ ਜਿਹੜੇ ਖਤਮ ਹੋ ਸਕਦੇ। ਪਰ ਉਹ ਫਿਰ ਵੀ ਇੱਕ ਨਾ ਇਹ ਜਿਹੜਾ ਫੈਸਲਾ ਬੜਾ ਦਚਿੱਤੀ ਜਿਹੇ 'ਚ ਆਇਆ, ਮਤਲਬ ਇਹਨੂੰ ਕਹਿ ਸਕਦੇ ਆ ਇਹ ਰਾਹਤ ਵੀ ਆ, ਜਿਹੜੇ ਪਹਿਲੇ ਬੱਚੇ ਆ ਉਹਨਾਂ ਨੂੰ ਰਾਹਤ ਆ, ਜਿਹੜੇ ਅੱਗੇ ਆਉਣ ਵਾਲੇ ਜਿਹੜੇ ਕੇਸ ਜਿਨ੍ਹਾਂ ਨੇ ਬਾਅਦ 'ਚ ਕੀਤੇ ਆ 2021 'ਚ ਉਹਨਾਂ ਲਈ ਇਹ ਥੋੜ੍ਹੀ ਜਿਹੀ ਪ੍ਰੋਬਲਮ ਕ੍ਰੀਏਟ ਹੋਈ। ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਫੈਸਲਾ ਦਿੱਤਾ ਜੱਜ ਸਾਹਿਬ ਨੇ ਇਸ ਹਿਸਾਬ ਨਾਲ ਦਿੱਤਾ, ਕੋਈ ਹੈਂਗਿੰਗ ਡਿਸੀਜਨ ਕਹਿ ਸਕਦੇ ਆ ਕਿ ਹੋ ਸਕਦਾ ਇਹ ਕਹਿਣ ਵੀ ਜਿਹੜੇ ਪਹਿਲੇ ਹੈਗੇ ਆ ਉਹਨਾਂ ਨੂੰ ਦੇ ਦਿਓ, ਜਿਹੜਾ ਗਾਂਹ ਵਾਸਤੇ ਡਾਕਾ ਪ੍ਰੋਗਰਾਮ ਜਿਹੜਾ ਉਹਨੂੰ ਸ਼ਾਇਦ ਐਲੀਮੀਨੇਟ ਕਰ ਦੇਣੇ ਇਹ। ਪਰ ਇਹਦੇ ਵਿੱਚ ਇੱਕ ਸਾਲਟ ਸਲੈਟ ਹੈਗੀ, ਜਿੱਦਾਂ ਸਾਊਥ ਏਸ਼ੀਅਨ ਅਮਰੀਕਨ ਲੀਗਿੰਗ ਟੂਗੈਦਰ ਜਿਹੜੀ ਏਜੰਸੀ ਆ, ਉਹ ਕਹਿੰਦੇ 6,30,000 ਭਾਰਤੀ ਇਹਦੇ ਵਿੱਚ ਹੈਗੇ ਆ ਪ੍ਰਭਾਵਿਤ ਹੋਣਗੇ। 2010 ਤੋਂ 72% ਉਹਦੇ ਵਿੱਚ ਵਾਧਾ ਹੋਇਆ, ਜਿਹੜੇ ਕਿ ਬੜੀ ਵੱਡੀ ਰਕਮ ਹੈਗੀ ਆ। ਪਰ ਨਾਲ ਦੀ ਨਾਲ ਜਿਹੜੇ ਹੋਰ ਇਹਦੇ ਹੱਕ ਵਿੱਚ ਹੈਗੇ ਆ, ਉਹਨਾਂ ਨੇ ਇਹ ਵੀ ਕਿਹਾ ਕਿ ਬੜੇ ਵੱਡੇ ਪੈਮਾਨੇ 'ਤੇ ਬੜੀ ਵੱਡੀ ਗਿਣਤੀ ਵਿੱਚ ਇਹ ਸਾਨੂੰ, ਕਿਉਂਕਿ ਇਹਦੀ ਫੀਸ ਜਿਹੜੀ ਹੈਗੀ $500 ਦੇ ਕਰੀਬ ਹੈਗੀ ਆ ਡਾਕਾ ਐਪਲੀਕੇਸ਼ਨ ਦੀ, ਉਹਨੇ ਇਹ ਕੈਲਕੂਲੇਸ਼ਨ ਕੀਤੀ ਕਿ ਕਿੰਨੇ ਬਿਲੀਅਨ ਦਾ ਉਹ ਟੈਕਸ ਦੇ ਰਹੇ ਆ ਤੇ ਕਿੰਨੇ $1 ਮਿਲੀਅਨ ਜਿਹੜਾ ਉਹਨੇ ਫੀਸ ਦਿੱਤੀ ਆ। ਇਸ ਕਰਕੇ ਉਹ ਕਹਿੰਦੇ ਸਾਡੇ ਆਰਥਿਕ ਭਾਈਚਾਰੇ ਨੂੰ ਵੀ ਇਹਦੇ ਨਾਲ ਕਾਫੀ ਵੱਡੀ ਸੱਟ ਲੱਗ ਸਕਦੀ ਹੈ। ਇਹਦੇ 'ਤੇ ਪਾਬੰਦੀ ਲੱਗਣੀ ਤਾਂ ਉਦੋਂ ਨਿੱਜਰ ਸਾਹਿਬ ਸ਼ੁਰੂ ਹੋ ਗਈ ਸੀ 2016 'ਚ, ਜਦੋਂ ਇਹ ਕੇਸ ਕੋਰਟ ਵਿੱਚ ਗਿਆ, ਸੁਪਰੀਮ ਕੋਰਟ 'ਚ ਗਿਆ ਸੀ। 4 ਜੱਜਾਂ ਨੇ
ਇਹਦੇ ਹੱਕ ਵਿੱਚ ਫੈਸਲਾ ਦਿੱਤਾ ਤੇ 4 ਨੇ ਅਗੇਂਸਟ ਦਿੱਤਾ। ਜੀ ਬਿਲਕੁਲ। ਦੇਖੋ ਇਹ ਤਾਂ ਹੈ ਨਹੀਂ ਵੀ ਇੱਕ ਤਾਂ ਜੱਜ ਹੁੰਦਾ ਜਿਹੜਾ ਫੈਸਲਾ ਦਿੰਦਾ, ਤੇ ਉਦੋਂ ਵੀ ਇਹ ਸਾਰਾ ਇਸ ਤਰ੍ਹਾਂ ਹੀ ਲਮਕਦਾ ਰਿਹਾ, ਹਾਲੇ ਤੱਕ ਵੀ ਉਸ ਤਰ੍ਹਾਂ ਹੀ ਚੱਲ ਰਿਹਾ। ਬਹੁਤ ਸਾਰੇ ਪ੍ਰੋਟੈਸਟ ਜਿਹੜੇ ਆ ਅਮਰੀਕਾ ਭਰ ਵਿੱਚ ਹੁੰਦੇ ਆ, ਸਟੇਟਾਂ ਦੀਆਂ ਰਾਜਧਾਨੀਆਂ ਵਿੱਚ ਵੀ ਹੁੰਦੇ ਆ। ਉੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਕਵਰੇਜ ਕਰਨ ਲਈ। ਈਵਨ DC, ਵਾਸ਼ਿੰਗਟਨ DC, ਵਾਈਟ ਹਾਊਸ ਜਾਂ ਉੱਥੇ ਜਿਹੜਾ ਕੈਪੀਟਲ ਹੈਗਾ, ਉੱਥੇ ਵੀ ਲੋਕਾਂ ਨੇ ਪ੍ਰੋਟੈਸਟ ਕਾਫੀ ਕੀਤੇ ਤਾਂ ਕਿ ਸਾਡੀ ਆਵਾਜ਼ ਆ ਜਿਹੜੀ ਉਹ ਸਰਕਾਰ ਤੱਕ ਪਹੁੰਚੇ। ਤੇ ਜਿਹੜੇ ਕਾਫੀ ਲੱਖਾਂ ਦੀ ਗਿਣਤੀ ਵਿੱਚ ਲੋਕ ਦੁਖੀ ਹੈਗੇ ਆ, ਜਿਹੜੇ ਅੱਧ ਵਿਚਕਾਰ ਵਿਚਾਰੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਉਹਨਾਂ ਲਈ ਇਹ ਮਤਲਬ ਇੱਕ ਆਸ ਦੀ ਕਿਰਨ ਸੀਗੀ, ਤੇ ਉਹਦੇ ਲਈ ਉਹ ਬੜੇ ਪ੍ਰੋਟੈਸਟ ਚੱਲ ਰਹੇ ਆ। ਪਰ ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦਾ। ਟੈਕਸਾਸ ਹੋਇਆ, ਐਲਾਬਾਮਾ ਹੋਇਆ, ਜਾਂ ਮਿਸੀਸਿਪੀ ਹੋਇਆ, ਲੁਜ਼ੀਆਨਾ ਹੋਇਆ, ਨਬਰਾਸਕਾ ਹੋਇਆ, ਸਾਊਥ ਕੈਰੋਲਾਈਨਾ, ਇਹ ਜਿਹੜੀਆਂ ਹੈਗੀਆਂ ਨਾ, ਇਹ ਵੈਸਟ ਵਰਜੀਨੀਆ ਹੋਇਆ, ਇਹ ਰਿਪਬਲਿਕਨ ਸਟੇਟਾਂ। ਇਹ ਰਿਪਬਲਿਕਨ ਸਟੇਟਾਂ ਨੇ ਤਾਂ ਬਿਲਕੁਲ ਹੀ ਇਹਨਾਂ ਦਾ ਬੰਦ ਹੀ ਕੀਤਾ ਹੋਇਆ ਵੀ ਇਹ ਨਹੀਂ ਅਸੀਂ ਚੱਲਣ ਦੇਣਾ। ਬਾਕੀ ਸਟੇਟਾਂ 'ਚ ਫਿਰ ਵੀ ਹਾਲੇ ਆਪਾਂ ਕਹਿ ਸਕਦੇ ਹਾਂ ਵੀ ਥੋੜ੍ਹੀ ਬਹੁਤੀ ਆਸ ਹੈਗੀ ਆ। 2016 'ਚ ਇਹ ਜਿਹੜਾ ਕੇਸ ਸੀਗਾ ਡਾਕਾ ਦਾ, ਸੁਪਰੀਮ ਕੋਰਟ ਤੇ ਪੁੱਜ ਗਿਆ ਸੀ, ਪਰ ਉੱਥੇ ਫਿਰ ਟਰੰਪ ਸਾਹਿਬ ਨੇ 2017 ਵਿੱਚ ਜਦੋਂ ਆਪਣੇ ਹੁਕਮਾਂ ਨੂੰ ਜਾਰੀ ਕੀਤਾ ਸੀ ਕਿ ਇਹਨੂੰ ਬੰਦ ਕਰਤਾ ਜਾਵੇ, ਪਰ ਸੁਪਰੀਮ ਕੋਰਟ ਨੇ 5-4 ਨਾਲ ਇਹ ਫੈਸਲਾ ਦਿੱਤਾ ਸੀ। 5 ਇਹਦੇ ਹੱਕ ਵਿੱਚ ਸੀ ਤੇ 4 ਇਹਦੇ ਖਿਲਾਫ ਸੀਗੇ। ਫਿਰ ਇਹ ਪ੍ਰੋਗਰਾਮ ਜਿਹੜਾ ਉਦੋਂ ਚੱਲਦਾ ਰਹਿ ਗਿਆ ਸੀ। ਹੁਣ ਫਿਰ ਨਵੇਂ ਸਿਰਿਓਂ 2021 ਵਿੱਚ ਡਾਕਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ, ਪਰ 2022 ਵਿੱਚ ਫਿਰ ਨਿਊ ਓਰਲੀਨਜ਼ ਦੀ ਇੱਕ ਅਦਾਲਤ ਨੇ ਇਹਨੂੰ ਚੱਲਦਾ ਰੱਖਿਆ ਬਾਈਡਨ ਸਰਕਾਰ ਵੱਲੋਂ। ਤੇ ਉਹ ਕਹਿੰਦੇ ਹਜੇ ਤੱਕ ਇਹ ਚੱਲਦਾ ਰਹੂਗਾ ਜਦ ਤੱਕ ਅਗਲੇ ਕੋਈ ਹੁਕਮ ਨਹੀਂ ਆ ਜਾਂਦੇ। ਇਹਦੇ ਨਾਲ ਦੀ ਨਾਲ ਹਫ਼ਤੇ ਭਰ ਦਾ ਜਸ਼ਨ ਨੈਚੁਰਲਾਈਜੇਸ਼ਨ, ਜਿਹਨੂੰ ਆਪਾਂ ਸਿਟੀਜ਼ਨ ਹੋਣ ਦੀ ਪਹਿਲ ਕਦਮੀ ਨੂੰ ਉਜਾਗਰ ਕਰਦਾ ਪ੍ਰੋਗਰਾਮ, ਜਿਹੜਾ ਉਹਦੇ ਬਾਰੇ ਦੱਸੋਗੇ। ਇਹ ਹਰ ਸਾਲ ਇਹ ਦੇਖੋ, ਪਹਿਲਾਂ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਅਮਰੀਕਾ ਕੰਟਰੀ ਆ, ਇਹ ਦੁਨੀਆ ਭਰ ਦਾ ਇੱਕ ਸੁਮੇਲ। ਦੁਨੀਆ ਭਰ ਦੇ ਜਿਹੜੇ ਨਾਗਰਿਕ ਆ, ਲੋਕ ਆ, ਇੱਥੇ ਆਉਂਦੇ ਆ ਆਪਣਾ ਬੈਟਰ ਭਵਿੱਖ ਕਰਨ ਲਈ, ਬੈਟਰ ਲਾਈਫ ਉਹਨਾਂ ਦੀ ਕਰਨ ਲਈ, ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ। ਉਹ ਕਿਉਂਕਿ ਦੁਨੀਆ ਦਾ ਨੰਬਰ 1 ਕੰਟਰੀ ਮੰਨਿਆ ਜਾਂਦਾ। ਬਹੁਤ ਸਾਰੇ ਲੋਕ ਲੀਗਲ ਜਾਂ ਇਨਲੀਗਲ ਤਰੀਕੇ ਨਾਲ ਇਸ ਕੰਟਰੀ ਵਿੱਚ ਆਉਂਦੇ ਆ। ਤੇ ਇਹ ਜਦੋਂ ਸਾਰਾ ਪ੍ਰੋਸੈਸ ਪੂਰਾ ਹੋ ਜਾਂਦਾ, ਪਹਿਲਾਂ ਵਰਕ ਪਰਮਿਟ ਮਿਲਦਾ, ਫਿਰ ਗ੍ਰੀਨ ਕਾਰਡ ਮਿਲਦਾ, ਫਿਰ ਸਿਟੀਜ਼ਨ ਦਾ ਵੀ ਉਹ ਅਪਲਾਈ ਜਦੋਂ ਕਰਦੇ ਆ, ਉਸ ਤੋਂ ਬਾਅਦ ਸਿਟੀਜ਼ਨਸ਼ਿਪ ਦੀ ਇੱਕ ਇਸ ਤਰ੍ਹਾਂ ਨਹੀਂ ਮਿਲ ਜਾਂਦਾ ਵੀ ਘਰੇ ਤੁਹਾਨੂੰ ਚਿੱਠੀ ਆ ਜਾਊਗੀ। ਉਹਦੇ ਲਈ ਸਮਾਗਮ ਕੀਤਾ ਜਾਂਦਾ। ਹੁਣ ਇਹ ਜਿਹੜਾ ਇਸ ਵਿਭਾਗ ਵੱਲੋਂ ਜਿਹੜਾ ਨੈਚੁਰਲਾਈਜੇਸ਼ਨ ਡਿਪਾਰਟਮੈਂਟ ਆ, USCIS ਨਾਲ ਉਹਨਾਂ ਨੇ ਕਰਕੇ, ਤੇ ਹੁਣ ਸੰਵਿਧਾਨ ਦਿਵਸ ਜਿਵੇਂ ਕਹਿੰਦੇ ਆ ਨਾ ਆਪਾਂ, ਰਿਪਬਲਿਕਨ ਡੇ, ਜਿਵੇਂ ਆਪਾਂ 26 ਜਨਵਰੀ ਇੰਡੀਆ 'ਚ ਮਨਾਉਂਦੇ ਆ, ਤੇ ਅਮਰੀਕਾ ਦਾ ਜਿਹੜਾ 26 ਜਨਵਰੀ ਹੁੰਦਾ ਜੀ, ਉਹ 17 ਤੋਂ 23 ਸਤੰਬਰ ਦੇ ਵਿਚਕਾਰ ਮਨਾਇਆ ਜਾਂਦਾ, ਰਿਪਬਲਿਕਨ ਡੇ ਜਿਹੜਾ ਹੁੰਦਾ। ਤੇ ਉਹ ਫਿਰ ਉਦੋਂ ਇਹ ਬੜਾ ਇੱਕ ਮਾਹੌਲ ਇਹੋ ਜਿਹਾ ਕ੍ਰੀਏਟ ਕਰਦੇ ਵੀ ਜਿਹੜੇ ਬਾਹਰੋਂ ਆਏ ਲੋਕ ਆ, ਉਹਨਾਂ ਦਾ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੁੰਦਾ ਸਿਟੀਜ਼ਨਸ਼ਿਪ ਦਾ ਉਹਨਾਂ ਨੂੰ ਕਾਲ ਕਰਦਾ ਵੀ ਉਹਨਾਂ ਦਿਨਾਂ ਦੇ ਵਿਚਕਾਰ ਜਿੱਥੇ ਜਿੱਥੇ ਵੀ ਉਹਨਾਂ ਦੇ ਸ਼ਹਿਰ ਲਾਗੇ ਪੈਂਦੇ ਆ, ਜਿੱਥੇ ਜਿੱਥੇ ਵੀ ਸਮਾਗਮ ਹੋਣਗੇ, ਉਹਨਾਂ ਨੂੰ ਉੱਥੇ ਸਹੁੰ ਚੁੱਕਣ ਦਾ ਉੱਥੇ ਸੱਦਾ ਪੱਤਰ ਦਿੱਤਾ ਜਾਂਦਾ। ਤੇ ਉੱਥੇ ਇੱਕ ਬੜਾ ਵਧੀਆ ਮਾਹੌਲ ਹੁੰਦਾ ਜੀ। ਉੱਥੇ ਤੇ ਸਹੁੰ ਚੁਕਾਈ ਜਾਂਦੀ ਹੈ ਕਿਤੇ ਵੀ ਮੈਂ ਜੇ ਅਮਰੀਕਾ ਆ ਗਿਆ, ਹੁਣ ਅੱਜ ਸਿਟੀਜ਼ਨਸ਼ਿਪ ਲੈਣੀ ਆ, ਸਰਟੀਫਿਕੇਟ ਮੈਂ ਲੈਣਾ, ਇਸ ਕਰਕੇ ਮੈਂ ਸਹੁੰ ਚੁੱਕਦਾ ਕਿ ਇਹਦੇ ਸੰਵਿਧਾਨ ਦੇ ਅੰਡਰ ਕੋਈ ਵੀ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਆ ਉਹ ਮੰਨਣ ਲਈ ਮੈਂ ਵਚਨਬੱਧ ਹੋਵਾਂਗਾ। ਮੈਨੂੰ ਇਹਦੇ 1955 ਵਿੱਚ ਰਾਸ਼ਟਰਪਤੀ ਡਵਾਈਡ ਆਈਜ਼ਨਹੋਵਰ ਨੇ ਇਹ ਪਹਿਲੇ ਹਫ਼ਤੇ ਘੋਸ਼ਣਾ ਕੀਤੀ ਸੀ ਇਹਦੀ। ਪਰ ਮੈਨੂੰ ਚੇਤਾ, ਮੈਂ ਜਦੋਂ ਸਿਟੀਜ਼ਨ ਹੋਇਆ ਸੀ ਫ੍ਰਿਜਨੋ ਹਾਈ ਸਕੂਲ ਦੇ ਸਟੇਡੀਅਮ ਵਿੱਚ, ਉੱਥੇ ਜਾ ਕੇ ਮੈਂ ਜਿਹੜੀ ਸਹੁੰ ਚੁੱਕੀ ਸੀ, ਕਾਫੀ ਲੋਕ ਇਕੱਠੇ ਹੋਏ ਸੀਗੇ। ਜਦੋਂ ਮੈਂ ਵੀ ਚੁੱਕੀ ਸੀ 4400 ਬੰਦਾ ਸੀਗਾ ਜੀ ਉਸ ਹਾਲ 'ਚ, 4400 ਬੰਦਾ ਜਿਹੜਾ ਆਇਆ ਹੋਇਆ ਸੀ। ਬੜਾ ਵਧੀਆ ਨਜ਼ਾਰਾ ਹੁੰਦਾ, ਜਿਵੇਂ ਬੜਾ ਇੱਕ ਵੱਡਾ ਈਵੈਂਟ ਇਹਨੂੰ ਮੰਨਿਆ ਜਾਂਦਾ। ਤੇ ਇਸ ਵਾਰ ਜਿਹੜਾ ਹੈਗਾ 7000 ਤੋਂ ਵੱਧ ਜਿਹੜੇ ਹੈਗੇ ਆ ਲੋਕ ਉਸ ਦਿਨ ਸਹੁੰ ਚੁੱਕਣਗੇ, ਇੱਕੋ ਦਿਨ। ਇਹ ਵੀ ਇੱਕ ਚਲੋ ਖੁਸ਼ਖਬਰੀ ਤਾਂ ਹੈਗੀ ਆ। ਜੀ ਬਿਲਕੁਲ। ਇਹਦੇ ਵਿੱਚ ਨਾਲ ਦੇ ਨਾਲ ਕਹਿੰਦੇ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਆਬਾਦੀ ਵੱਧ ਕੇ 4 ਕਰੋੜ 60 ਲੱਖ ਹੋ ਗਈ ਆ, ਤੇ ਪਿਛਲੇ ਸਾਲ ਕਹਿੰਦੇ 10 ਲੱਖ ਨਵੇਂ ਪ੍ਰਵਾਸੀ ਆਏ ਆ। ਬੇਸ਼ੱਕ ਭਾਵੇਂ ਕੋਵਿਡ ਦੌਰਾਨ ਜਾਂ ਟਰੰਪ ਦੇ ਪ੍ਰਸ਼ਾਸਨ ਕਾਲ ਦੌਰਾਨ ਇਹ ਜਿਹੜੀ ਗਿਣਤੀ ਘਟੀ ਸੀਗੀ, ਜਿਹਦੇ ਵਿੱਚ ਬਹੁਤ ਘੱਟ ਲੋਕ ਆਏ ਸੀਗੇ, ਪਰ ਹੁਣ ਮੁੜ ਕੇ ਫਿਰ ਇਮੀਗ੍ਰੇਸ਼ਨ ਬਾਰਾਂ ਦਾ ਕਹਿਣਾ ਕਿ ਇਹ ਦੁਬਾਰਾ ਲੋਕ ਜਿਹੜੇ 10 ਲੱਖ ਦੇ ਕਰੀਬ ਇੱਕ ਸਾਲ ਦੇ ਵਿੱਚ ਲੋਕ ਇੱਥੇ ਐਂਟਰ ਹੋ ਗਏ ਆ। ਇਹਦੇ ਨਾਲ ਦੀ ਨਾਲ ਉਹਨੇ ਕਿਹਾ ਕਿ ਇਮੀਗ੍ਰੇਸ਼ਨ ਜਿਹੜਾ ਵੀਜ਼ਾ ਪ੍ਰੋਸੈਸਿੰਗ ਤੇਜ਼ੀ ਆ, ਰਿਫਿਊਜੀਆਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਬਹੁਤ ਛੇਤੀ ਸੁਣ ਹੋ ਰਹੀਆਂ ਆ, ਪਰ ਇਹ ਗਰਾਊਂਡ ਲੈਵਲ 'ਤੇ ਕਿੰਨੀ ਸੱਚਾਈ ਹੈਗੀ ਇਹਦੇ ਬਾਰੇ ਅਸੀਂ ਕੁਝ ਨਹੀਂ, ਹਾਲੇ ਤੱਕ ਤਾਂ ਇਹ ਪਤਾ ਨਹੀਂ, ਪਰ ਹੁੰਦਾ ਤਾਂ ਹੈ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਇਹਦੇ ਅੰਕੜੇ ਜਿਹੜੇ ਦਿੱਤੇ ਸੀਗੇ
ਕਿ ਪਹਿਲਾਂ ਨਾਲੋਂ ਜਿਹੜਾ ਪ੍ਰੋਸੈਸ ਕੁਛ ਨਾ ਕੁਛ ਤੇਜ਼ ਹੋਇਆ, ਚਾਹੇ ਉਹ 3% ਪਿਛਲੇ ਪ੍ਰੋਗਰਾਮ 'ਚ ਆਪਾਂ ਅਨਾਉਂਸ ਕੀਤਾ ਸੀਗਾ ਵੀ 3% ਦੀ बढ़ोतरी ਹੋਈ ਆ। ਅੱਗੇ ਤਾਂ ਡੈੱਡ ਸੀ, ਹੁਣ ਇੰਨਾ ਕੁ ਹੈਗਾ ਵੀ ਆਪਣਾ ਕੰਮ ਜਿਹੜਾ ਸ਼ੁਰੂ ਹੋ ਗਿਆ। ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੇ ਪ੍ਰੋਸੈਸ ਹੈਗੇ ਆ, ਤੇ ਉਹ ਕਹਿੰਦੇ ਵੀ 2022 ਚ ਜਿਹੜੇ ਬੰਦੇ ਪੁੱਜੇ ਆ ਉਹ ਪਿਛਲੇ ਸਾਲ ਨਾਲੋਂ 14% ਵੱਧ ਵੱਧ ਹੈ ਜੀ। ਤੇ ਪਹਿਲਾਂ ਤਾਂ ਮਤਲਬ ਇਹ ਕਿਹਾ ਜਾਂਦਾ ਸੀ ਵੀ ਇੱਥੇ 10 ਲੱਖ ਬੰਦਾ ਕੋਈ ਜ਼ਿਆਦਾ ਨਹੀਂ ਗਿਣਿਆ ਜਾਂਦਾ ਜਾਵੇ, ਤਾਂ ਬੰਦੇ ਤਾਂ ਬਹੁਤ ਹੁੰਦੇ ਆ ਸਾਰੇ। ਹੁਣ ਜੇ ਕਿਹਾ ਜਾਵੇ ਤੇ ਰੈਕਡ 'ਚ ਵੀ ਹੈ ਨਹੀਂ ਹੈ ਜੀ, ਸਾਰੇ ਆਉਂਦੇ ਸਾਰ ਕੋਈ ਅਪਲਾਈ ਵੀ ਨਹੀਂ ਕਰ ਦਿੰਦਾ ਜੇ ਕਿਸੇ ਨੇ ਇਲੀਗਲ ਵੀ ਹੋਣਾ। ਹੁਣ ਲੱਖਾਂ ਦੀ ਗਿਣਤੀ ਵਿੱਚ ਇਸ ਵੇਲੇ ਇਲੀਗਲ ਬੰਦੇ ਆ ਬਹੁਤ। ਹਾਂਜੀ, ਹੁਣ ਆਪਾਂ ਮੈਂ ਇੱਥੇ ਸਿੱਖ ਕਮਿਊਨਿਟੀ ਬਾਰੇ ਦੱਸ ਦੇਵਾਂ ਕਿ ਅਸੀਂ ਕਾਗਜ਼ਾਂ ਵਿੱਚ ਜਿਹੜੇ ਗਿਣੇ ਜਾਂਦੇ ਆ, ਪੂਰੇ ਅਮਰੀਕਾ ਵਿੱਚ 7 ਲੱਖ ਗਿਣਦੇ ਆ ਵੀ 7 ਲੱਖ ਸਿੱਖ ਰਹਿੰਦਾ। ਅਦਰਵਾਈਜ਼ ਇੱਥੇ ਤਾਂ 10 ਲੱਖ ਪਿਛਲੇ ਸਾਲ ਹੀ ਆ ਗਿਆ, ਤੇ ਉਹ ਮਤਲਬ ਬਾਰਡਰ ਟੱਪ ਕੇ ਇੰਨੇ ਆਈ ਜਾਂਦੇ ਆ। ਤੇ ਜੇ ਆਪਾਂ ਇਲੀਗਲ ਗਿਣ ਲਈਏ ਤੇ ਮੈਨੂੰ ਲੱਗਦਾ ਵੀ ਇਹ 3-4 ਮਿਲੀਅਨ ਦੇ ਵਿਚਕਾਰ ਹੈਗੇ ਆ ਇਸ ਵੇਲੇ ਅੱਜ ਦੀ ਡੇਟ 'ਚ। ਲੱਗਦਾ ਜਦੋਂ ਸੈਂਸ ਰਿਪੋਰਟ ਆਪਾਂ ਭਰਦੇ ਆ ਫਾਰਮ, ਉਹ ਫਿਰ ਚੰਗੀ ਤਰ੍ਹਾਂ ਭਰੇ ਨਹੀਂ ਜਾਂਦੇ। ਬਿਲਕੁਲ, ਆਹ ਗੱਲ ਤੁਸੀਂ ਬਹੁਤ ਵਧੀਆ ਕੀਤੀ, ਚੰਗਾ ਕੀਤਾ ਮੁੱਦਾ ਛੇੜ ਲਿਆ। ਆਪਾਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਆਪਾਂ ਸੈਂਸਸ ਬਾਰੇ ਗੱਲ ਕੀਤੀ ਸੀ। ਜਿਹੜਾ ਸੈਂਸਸ ਹੈਗਾ ਨਾ ਜੀ, ਇਹ ਬੜਾ ਜ਼ਰੂਰੀ ਹੁੰਦਾ ਕਿਸੇ ਵੀ ਮੁਲਕ ਲਈ। ਜਿੰਨਾ ਚਿਰ ਅਸੀਂ ਜਦੋਂ ਸਾਡੇ ਕੋਲ ਇਹ ਸੈਂਸਸ ਦਾ ਫਾਰਮ ਭੇਜਦੇ, ਹਰ 10 ਸਾਲ ਬਾਅਦ ਸੈਂਸਸ ਇੱਥੇ ਗਿਣੀ ਜਾਂਦੀ ਹੈ ਅਮਰੀਕਾ 'ਚ, ਹਰ 10 ਸਾਲ ਬਾਅਦ। ਪਰ ਉਹਦੇ 'ਚ ਸਾਡੇ ਨਾਲ ਪ੍ਰੋਬਲਮ ਕੀ ਆ ਰਹੀ ਆ ਵੀ ਉਹਦੇ 'ਚ ਖਾਨਾ ਨਹੀਂ ਹੁੰਦਾ ਸਿੱਖ ਦਾ ਜਾਂ ਪੰਜਾਬੀ ਦਾ ਜਾਂ ਹੋਰ ਇਸ ਤਰ੍ਹਾਂ ਦਾ। ਹੋਰ ਜਿਹੜੇ ਦੇਸ਼ਾਂ ਦੇ ਹੈਗੇ ਆ, ਜਿਵੇਂ ਚੀਨੇ ਆ, ਮਕਸੀਕੇ ਆ, ਜਾਂ ਇੰਡੀਅਨ ਦੂਜੇ ਜਿਹੜੇ ਇੱਧਰਲੇ ਅਮਰੀਕਨ ਇੰਡੀਅਨ, ਉਹਨਾਂ ਲਈ ਖਾਨੇ ਹੈ, ਪਰ ਸਾਡੇ ਲਈ ਖਾਨਾ ਨਹੀਂ ਬਣਿਆ, ਉੱਥੇ ਅਦਰ ਲਿਖਿਆ ਹੁੰਦਾ। ਮੈਂ ਬੇਨਤੀ ਕਰਨਾ ਚਾਹੂੰਗਾ ਕਿ ਜਦੋਂ ਵੀ ਤੁਹਾਨੂੰ ਸੈਂਸਸ ਦਾ ਫਾਰਮ ਆਉਂਦਾ, ਉਹ ਅਦਰ ਦੀ ਥਾਂ ਤੇ ਸਿੱਖ ਜ਼ਰੂਰ ਲਿਖਣਾ। ਜੇ ਸਿੱਖ ਲਿਖੋਗੇ ਤੇ ਹੋਣਾ, ਅਦਰਵਾਈਜ਼ ਇੱਥੇ ਇਹਨਾਂ ਦਾ ਇੱਕ ਹੋਰ ਵੀ ਪ੍ਰੋਸੀਜਰ ਥੋੜ੍ਹਾ ਜਿਹਾ ਸੈਂਸਸ 'ਚ, ਕਿਉਂਕਿ ਮੈਂ ਇਸ ਜਿਹੜਾ ਸੈਕਟਰੀ ਆਫ ਸਟੇਟ ਦਾ ਮੈਂ ਐਡਵਾਈਜ਼ਰ ਵੀ ਰਿਹਾ ਇਸ ਵਿਭਾਗ 'ਚ, ਉਦੋਂ ਵੀ ਮੈਂ ਇਹਨਾਂ ਨੂੰ ਕਿਹਾ ਵੀ ਸਿੱਖ ਲਿਖੋ, ਘੱਟੋ ਘੱਟ ਸਟੇਟ 'ਚ ਤਾਂ ਆਵੇ। ਉਹ ਕਹਿੰਦੇ ਵੀ ਇਹ ਧਰਮ ਨਾਲ ਸੰਬੰਧਿਤ ਆ, ਤੁਸੀਂ ਆਪਣੇ ਆਪ ਲਿਖ ਸਕਦੇ ਹੋ। ਅਸੀਂ ਦੇਸ਼ ਲਿਖਦੇ ਹਾਂ ਇੱਥੇ ਮਤਲਬ ਜ਼ਿਆਦਾਤਰ ਜਿਹੜੇ ਦੇਸ਼ ਹੁੰਦੇ ਆ, ਜਿਵੇਂ ਚਾਈਨਾ, ਵੀਅਤਨਾਮ, ਮੈਕਸੀਕੋ, ਇਸ ਤਰ੍ਹਾਂ ਲਿਖ ਦਿੰਦੇ ਹੋ। ਤੇ ਉਹ ਕਹਿੰਦੇ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਪੰਜਾਬ ਲਿਖ ਦਿਓ ਜਾਂ ਸਿੱਖ ਲਿਖ ਦਿਓ, ਉਹ ਤੁਹਾਡੀ ਮਰਜ਼ੀ ਆ ਅਦਰ ਦੀ ਥਾਂ ਤੇ। ਮੈਂ ਚਲੋ ਸਾਡਾ ਇਹ ਵੀ ਠੀਕ ਆ, ਪਰ ਉਹ ਗੱਲ ਇਹ ਆ ਵੀ ਉਹ ਸੰਦੇਸ਼ ਨਹੀਂ ਪਹੁੰਚਦਾ ਲੋਕਾਂ ਤੱਕ ਨਾ। ਜਿੰਨਾ ਚਿਰ ਸੰਦੇਸ਼ ਨਹੀਂ ਪਹੁੰਚਦਾ ਉਹਨਾਂ ਚਿਰ ਸਾਨੂੰ ਕੰਮ ਨਹੀਂ ਹੋਣਾ, ਉਹਦਾ ਸੈਂਸਸ 'ਚ ਨਹੀਂ ਜਾਣਾ ਉਹ। ਕਿਉਂਕਿ ਇਹਦੇ ਲਈ ਸਿੱਖ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਅੱਗੇ ਆਉਣਾ ਪੈਣਾ। ਜਿੰਨੇ ਸਿੱਖ ਟੈਂਪਲ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਹੈ ਨਾ, ਇਹਦੇ ਲਈ ਪ੍ਰੋਪਾਗੈਂਡਾ ਕਰਨਾ ਜ਼ਰੂਰੀ ਆ। ਥਾਂ ਥਾਂ 'ਤੇ ਜਿਹੜੇ ਆ ਸਾਈਨ ਲਾਉਣੇ ਚਾਹੀਦੇ ਆ, ਹਰ ਵੱਡੇ ਸ਼ਹਿਰ 'ਚ ਸਾਈਨ ਲਵਾਓ ਵੀ ਸੈਂਸਸ ਆ ਗਿਆ ਭਾਈ, 2-3 ਮਹੀਨਾ ਪਹਿਲਾਂ ਕਰ ਦਿਓ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਆ, ਉੱਥੇ ਵੱਡੇ ਹੋਰਡਿੰਗ ਲਾ ਕੇ ਉੱਤੇ ਲਿਖੇ ਜਾਣ ਵੀ ਸੈਂਸਸ 'ਚ ਸਿੱਖ ਭਰੋ, ਪੰਜਾਬੀ ਭਰੋ ਜਾਂ ਪੰਜਾਬ ਭਰੋ। ਵਧੀਆ ਗੱਲ ਹੈ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ। ਮਤਲਬ ਐਡਵਰਟਾਈਜ਼ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ, ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ, ਤਾਂ ਹੀ ਸਾਡੀ ਜਿਹੜੀ ਇੱਥੇ ਗੁੱਡਵਿਲ ਆ ਉਹ ਬਣੂਗੀ। ਕਿਉਂਕਿ ਹਾਲੇ ਤੱਕ ਅੱਛਾ ਵੱਡੀ ਗੱਲ ਇਹ ਆ ਵੀ ਉਹਦੇ 'ਚ ਇਹ ਨਹੀਂ ਹੁੰਦਾ ਵੀ ਸਿਟੀਜ਼ਨ ਹੀ ਆ ਤੁਸੀਂ ਤੇ ਸੈਂਸਸ 'ਚ ਭਾਗ ਲੈਣਾ। ਤੁਸੀਂ ਕੋਈ ਵੀ ਇੱਥੇ ਜਿਹੜਾ ਰਹਿੰਦਾ ਜਿਹਦੇ ਕੋਲ ਵਰਕ ਪਰਮਿਟ ਆ, ਉਹ ਆਪਣੇ ਸੈਂਸਸ 'ਚ ਭਾਗ ਲੈ ਸਕਦਾ। ਕੋਈ ਪੁੱਛ ਗਿੱਛ ਨਹੀਂ ਹੁੰਦੀ, ਕੋਈ ਉਹਦੀ ਪੜਤਾਲ ਨਹੀਂ ਕਰਦਾ ਵੀ ਇਹ ਬੰਦਾ ਕੌਣ ਆ। ਬਿਲਕੁਲ। ਉਸ ਕਰਕੇ ਇਹ ਕੰਮ ਜੇ ਕਰਾਂਗੇ ਸਾਡੀ ਆਇਡੈਂਟੀਟੀ ਇੱਥੇ ਬਣੂਗੀ। ਸਾਨੂੰ ਜਿਹੜੀਆਂ ਫੈਸਿਲਿਟੀਜ਼ ਆ, ਸਪੈਸ਼ਲ ਫੈਸਿਲਿਟੀਜ਼ ਹੁੰਦੀਆਂ ਹਰ ਕੌਮ ਲਈ, ਉਹ ਉਦੋਂ ਹੀ ਮਿਲਣਗੀਆਂ ਜਦੋਂ ਇਹਨਾਂ ਨੂੰ ਪਤਾ ਲੱਗੂਗਾ ਇਹ ਵੱਧ ਗਿਣਤੀ ਵਿੱਚ ਇੱਥੇ ਰਹਿ ਰਹੇ ਆ। ਠੀਕ ਹੈ, ਬਿਲਕੁਲ ਜ਼ਰੂਰੀ ਸਹਿਮਤ ਹਾਂ ਜੀ। ਇਹਦੇ ਨਾਲ ਦੀ ਨਾਲ ਖਬਰ ਇੱਕ ਹੈਗੀ ਆ ਆਈਸ ਦੀ, ਜਿਹੜਾ ਕਿ ਪਿਛਲੇ ਕਾਫੀ 10 ਸਾਲਾਂ ਤੋਂ ਕਾਫੀ ਸਰਗਰਮ ਆ US ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਤੇ ਨਾਲ ਹੀ US ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇੱਕ ਵਾਰੀ ਫੇਰ DHS ਜਿਹੜਾ US ਕਸਟਮ ਨਾਲ ਰਲ ਕੇ ਉਹਨੇ ਕਿਹਾ ਕਿ ਮੱਧ ਅਮਰੀਕਾ, ਕੋਲੰਬੀਆ, ਇਕਵਾਡੋਰ, ਪੇਰੂ ਤੇ ਸੇਗਲ ਜਿਹੜੇ ਹੈਗੇ ਆ, ਇੱਕ ਸੈਨੇਗਲ ਦੇਸ਼ ਆ, ਇਹਨਾਂ ਦੇ ਜਿਹੜੇ ਬੰਦੇ ਇੱਥੇ ਫੜੇ ਆ ਉਹਨਾਂ ਦੇ ਵਿੱਚ ਬਾਲਗਾਂ ਨੂੰ ਵੀ ਨਾਲ ਹੀ ਡਿਪੋਰਟ ਕੀਤਾ ਜਾਊਗਾ ਜੀ। ਬਿਲਕੁਲ। ਡਾਕਾ ਦੀ ਆਪਾਂ ਗੱਲ ਕੀਤੀ ਕਿ ਜਿਹੜੇ ਰੱਖਣ ਦੀ, ਹੁਣ ਉਹ ਕਹਿੰਦੇ ਨਹੀਂ, ਉਹਨਾਂ ਨੂੰ ਨਾਲ ਹੀ ਡਿਪੋਰਟ ਕੀਤਾ। ਦੋਵੇਂ ਕੰਮ ਨਾਲੋਂ ਨਾਲ ਚੱਲ ਰਹੇ ਆ। ਕੰਟਰੀ ਨੂੰ ਦੇਖੋ, ਬਹੁਤ ਵੱਡਾ ਕੰਟਰੀ ਆ, ਇਹਨੂੰ ਕੰਟਰੋਲ ਕਰਨ ਲਈ ਇਹਨਾਂ ਨੇ ਪੱਕੇ ਵੀ ਕਰਨੇ ਆ। ਤੇ ਜਿਹੜੇ ਇਹ ਬੰਦੇ ਉਹਨਾਂ ਨੂੰ ਇਹ ਡਿਪੋਰਟ ਕਰਦੇ ਫਰਜ਼ ਕੀਤਾ। ਹੁਣ ਇਹਨਾਂ ਨੇ ਇਹ ਕਿਹਾ ਜੀ ਇੱਥੇ 2023 ਤੋਂ ਲੈ ਕੇ 36,000 ਤੋਂ ਵੱਧ ਵਿਅਕਤੀਗਤ ਪਰਿਵਾਰਕ ਯੂਨਿਟ ਮੈਂਬਰਾਂ ਸਮੇਤ 2,50,000 ਤੋਂ ਵੱਧ ਵਿਅਕਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ। ਠੀਕ ਆ, ਉਹਦੇ ਲਈ ਜਹਾਜ਼ ਤੱਕ ਵੀ ਇਹ ਪ੍ਰੋਵਾਈਡ ਕਰਦੇ ਆ। 150 ਮੁਲਕਾਂ ਤੋਂ ਵੱਧ ਜਿਹੜਾ ਇਹ ਜਹਾਜ਼ ਜਿਹੜੇ ਜਾਂਦੇ ਆ, ਇਹਦੇ 'ਚ ਜਿੱਥੇ
ਯਾਤਰੀ ਜਹਾਜ਼ ਹੁੰਦੇ ਆ, ਉਹਦੇ ਨਾਲ ਸਮਾਨ ਰੱਖਣ ਵਾਲੇ ਜਹਾਜ਼ ਵੀ ਹੁੰਦੇ ਆ, ਤਾਂ ਕਿ ਉਹਨਾਂ ਦਾ ਸਮਾਨ ਵੀ ਨਾਲ ਉੱਥੇ ਭੇਜਿਆ ਜਾ ਸਕੇ। ਤੇ ਇਹ ਤਾਂ ਹੁੰਦਾ, ਇਹ ਬੰਦੇ ਉਹ ਹੁੰਦੇ ਆ ਜਿਹੜੇ ਬਹੁਤੇ ਇਹਨਾਂ ਚੋਂ ਕ੍ਰਿਮੀਨਲ ਹੁੰਦੇ ਆ, ਜਿਹੜੇ ਇਸ ਦੇਸ਼ ਦੇ ਰੂਲਸ ਰੈਗੂਲੇਸ਼ਨ ਲਾ ਨੂੰ ਨਹੀਂ ਮੰਨਦੇ। ਇਹ ਉਹਨਾਂ ਲਈ ਡਿਪੋਰਟੇਸ਼ਨ ਹੁੰਦੀ ਆ, ਨਾ ਕਿ ਜਿਹੜੇ ਆਮ ਵਿਚਾਰੇ ਹੁੰਦੇ ਆ ਆਪਣਾ ਉੱਜਲ ਭਵਿੱਖ ਲਈ ਆਪਣਾ ਕੰਮ ਕਰਦੇ ਆ, ਟੈਕਸ ਭਰਦੇ ਆ, ਉਹਨਾਂ ਨੂੰ ਇਹਦੇ ਲਈ ਕੋਈ ਪ੍ਰੋਬਲਮ ਨਹੀਂ। ਤਾਂ ਉਸ ਕਰਕੇ ਇਸ ਕੰਟਰੀ ਵਿੱਚ ਜੇ ਰਹਿਣਾ ਤੇ ਬੜੇ ਮਤਲਬ ਤਰੀਕੇ ਨਾਲ ਰਹਿਣਾ ਪਊਗਾ, ਬੜੇ ਹਲੀਮੀ ਨਾਲ ਰਹਿਣਾ ਪੈਂਦਾ। ਇੱਥੇ ਤੁਸੀਂ ਹੁੱਲੜਬਾਜ਼ੀ ਨਹੀਂ ਕਰ ਸਕਦੇ, ਕੋਈ ਗਲਤ ਕਾਨੂੰਨ ਨਹੀਂ ਤੁਸੀਂ ਅਡਾਪਟ ਕਰ ਸਕਦੇ, ਤੇ ਕਾਨੂੰਨ ਦੇ ਅਕੋਰਡਿੰਗਲੀ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਇਹ ਚੱਲਣਾ ਪੈਂਦਾ। ਬਿਲਕੁਲ, ਇਹਦੇ ਵਿੱਚ ਹੀ 72,000 ਲੋਕਾਂ ਨੂੰ ਜਿਹੜਾ 2022 ਦੇ ਵਿੱਚ ਘੱਟੋ ਘੱਟ ਵੀ ਡਿਪੋਰਟ ਕੀਤਾ ਜਾ ਚੁੱਕਾ ਆ। ਅਗਲੀ ਖਬਰ ਹੈਗੀ ਜੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਬਾਅਦ ਕਹਿੰਦੇ ਹੁਣ ਜੋ ਬਾਈਡਨ ਵੀ ਮੁਸੀਬਤ ਵਿੱਚ ਘਿਰਦੇ ਨਜ਼ਰ ਆ ਰਹੇ ਨੇ। ਆਪਾਂ ਖਬਰਾਂ ਵਿੱਚ ਦੇਖਿਆ ਕਾਫੀ ਪਿਛਲੇ ਮਹੀਨਿਆਂ ਤੋਂ, ਸਾਲ ਹੀ ਹੋ ਗਿਆ, ਪਹਿਲਾਂ ਡੋਨਲਡ ਟਰੰਪ ਦੀਆਂ ਖਬਰਾਂ ਸੀਗੀਆਂ ਜਨਵਰੀ 6 ਨੂੰ ਲੈ ਕੇ, ਇਲੈਕਸ਼ਨ ਨੂੰ ਲੈ ਕੇ, ਤੇ ਹੁਣ ਡੋਨਲਡ ਟਰੰਪ ਤਾਂ ਕਈ ਜਿਹੜੇ ਕੇਸ ਹੈਗੇ ਉਹਨਾਂ ਦੇ ਵਿੱਚ ਉਹ ਨਾਟ ਗਿਲਟੀ ਵੀ ਆਪਣਿਆਂ ਨੂੰ ਕੰਟੈਸਟ ਕਰੀ ਜਾਂਦੇ ਆ, ਭਾਵੇਂ ਉਹ ਹੈਗੇ ਆ ਜਾਂ ਉਹ ਇੰਡੈਕਟਮੈਂਟ ਹੋਈ ਜਾਂ ਨਹੀਂ ਹੋਈ। ਪਰ ਇਸ ਵੇਲੇ ਹੁਣ ਜੋ ਬਾਈਡਨ ਤੇ ਗੱਲ ਮੁੜ ਕੇ ਆ ਗਈ ਆ, ਕਹਿੰਦੇ ਕਿ ਜੋ ਬਾਈਡਨ ਦੀ ਵੀ ਜਿਹੜੀ ਆ ਇੰਪੀਚਮੈਂਟ ਨੂੰ ਜਿਹੜੇ ਕੈਰੀਅਨ ਜਿਹੜੇ ਆਪਣੇ ਸਕੱਤਰ ਆ, ਉਹਨਾਂ ਨੇ ਕਿਹਾ ਕਿ ਇਹਦੇ ਬਾਰੇ, ਇਹਦੇ ਜਿਹੜੇ ਮੁੰਡੇ ਦੇ ਜਦੋਂ ਇਹ ਓਬਾਮਾ ਦੇ ਨਾਲ ਸੀਗੇ ਉਪ ਰਾਸ਼ਟਰਪਤੀ, ਉਦੋਂ ਇਹਨੇ ਹੈਲਪ ਕੀਤੀ ਉਹਦੇ ਬਿਜ਼ਨਸ ਕਰਨ ਦੇ। ਉਹਦੇ ਬਾਰੇ ਕੀ ਅਪਡੇਟ ਹੈ? ਉਹਦੇ 'ਚ ਦੇਖੋ, ਇਹ ਵਾਈਟ ਹਾਊਸ ਤੋਂ ਵੀ ਇਹਨਾਂ ਨੇ ਹੁਣ ਆਪਣੀ ਇੱਕ ਸਟੇਟਮੈਂਟ ਦਿੱਤੀ ਆ, ਰਾਸ਼ਟਰਪਤੀ ਬਾਈਡਨ ਨੇ। ਉਹਨਾਂ ਨੇ ਕਿਹਾ ਵੀ ਇਹ ਸਾਰਾ ਪੋਲੀਟੀਕਲ ਸਟੰਟ ਆ, ਮੈਂ ਕਿਸੇ ਵੀ ਇਹੋ ਜਿਹੀ ਮੂਵਮੈਂਟ 'ਚ ਸ਼ਾਮਲ ਨਹੀਂ ਹੈਗਾ। ਪਰ ਨਾਲ ਦੀ ਨਾਲ ਦੇਖਿਆ ਜਾਵੇ, ਉੱਧਰੋਂ ਉੱਤੇ ਕੇਸ ਉਹਨਾਂ ਦੇ ਬੇਟੇ ਹੰਟਰ ਬਾਈਡਨ 'ਤੇ ਵੀ ਜਿਹੜੇ ਕੇਸ ਆ ਉਹ ਦਰਜ ਹੋ ਚੁੱਕੇ ਆ, ਚਾਹੇ ਉਹ ਟੈਕਸ ਨਾਲ ਰਿਲੇਟਡ ਸੀ, ਚਾਹੇ ਅਸਲੇ ਨਾਲ ਸੀ, ਚਾਹੇ ਉਹਨਾਂ ਨੇ ਜਦੋਂ ਅਸਲਾ ਲਿਆ ਸੀ ਉਹਦੇ 'ਚ ਉਹਨਾਂ ਨੇ ਆਹ ਗੱਲ ਕੀਤੀ ਸੀ ਕਿ ਮੈਂ ਨਸ਼ਾ ਨਹੀਂ ਕਰਦਾ, ਕਿਉਂਕਿ ਜੇ ਉਹ ਸਟੇਟਮੈਂਟ 'ਚ ਲਿਖ ਦਿੰਦੇ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਅਸਲਾ ਸੀ ਉਹ ਨਹੀਂ ਸੀ ਮਿਲਣਾ, ਉਹ ਮਿਲਦਾ ਨਹੀਂ ਬਾਈ ਲਾ ਜਿਹੜਾ ਹੈਗਾ। ਉਹਨਾਂ ਨੇ ਉਹ ਝੂਠ ਬੋਲਿਆ, ਇੱਕ ਕੇਸ ਉਹ ਦਰਜ ਹੋਇਆ। ਪਲੱਸ ਉਹਨਾਂ ਨੇ ਕੁਛ ਜਿਹੜੇ ਟੈਕਸਸ ਜਿਹੜੇ ਨਹੀਂ ਭਰੇ ਆਪਣੇ, ਉਹ ਵੀ ਇਨਕਮ ਟੈਕਸ ਜਿਹੜੇ ਉਹ ਵੀ ਦਰਜ ਹੋਏ ਆ। ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹ ਫਿਰ ਇਹ ਬਾਈਡਨ ਹੋਰਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਾਰਾ ਪੋਲੀਟੀਕਲ ਸਟੰਟ ਆ ਤੇ ਮੇਰਾ ਇਹਦੇ 'ਚ ਕੋਈ ਦੋਸ਼ ਨਹੀਂ। ਤੇ ਹਾਲਾਂਕਿ ਜਿਹੜਾ ਮੈਕਾਰਥੀ ਆ ਜਿਹੜੇ ਉਹਨਾਂ ਨੇ ਜਿਹੜੇ ਸਪੀਕਰ ਆ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਖਿਲਾਫ ਜਿਹੜਾ ਇੰਪੀਚਮੈਂਟ ਵੀ ਕੀਤੀ ਜਾਊਗੀ ਜਾਂ ਐਕਸ਼ਨ ਲਿਆ ਜਾਊਗਾ। ਉਸ ਤੋਂ ਪਹਿਲਾਂ ਜਿਹੜੀ ਆਹ ਸਟੇਟਮੈਂਟ ਬਾਈਡਨ ਹੋਰਾਂ ਦੀ ਸਾਹਮਣੇ ਆ ਗਈ ਆ, ਤੇ ਉਹਨਾਂ ਨੇ ਕਿਹਾ ਵੀ ਮੇਰਾ ਇਹਦੇ 'ਚ ਕੋਈ ਲੈਣ ਦੇਣ ਨਹੀਂ ਹੈ। ਬਿਲਕੁਲ, ਪਰ ਰੰਧਾਵਾ ਸਾਹਿਬ ਇਹ ਵੀ ਮੈਨੂੰ ਯਾਦ ਆ ਕੁਛ ਮਹੀਨੇ ਪਹਿਲਾਂ ਜਾਂ ਪਿਛਲੇ ਸਾਲ ਦੀ ਗੱਲ ਆ ਕਿ ਜਦੋਂ ਹੰਟਰ ਬਾਈਡਨ ਨੇ ਆਪਣੇ ਆਪ ਨੂੰ ਗਿਲਟੀ ਲੈ ਕੇ ਤਾਂ ਪ੍ਰੀ ਬਾਰਗਨ ਕੀਤਾ ਸੀ। ਉਹਨੇ ਕਿਹਾ ਸੀ ਵੀ ਠੀਕ ਆ ਮੇਰੀ ਗਲਤੀ ਆ, ਤੇ ਉਹਨੂੰ ਸਜ਼ਾ ਦੇ ਤੌਰ ਦੇ ਉੱਤੇ ਉਹ ਸਾਰਾ ਜਿਹੜਾ ਕੇਸ ਜਿਹੜਾ ਸੀ ਉਹ ਪ੍ਰੋਸੈਸ ਹੋ ਗਿਆ ਸੀਗਾ ਵੀ ਠੀਕ ਆ ਵੀ ਤੈਨੂੰ ਇੰਨਾ ਫਾਈਨ ਕਰਦੇ ਇੰਨਾ ਕਰਦੇ। ਇਹ ਦੁਬਾਰਾ ਫਿਰ ਉਸੇ ਗੱਲ ਨੂੰ ਸ਼ਾਇਦ ਲਿਆ ਕੇ ਸ਼ਾਇਦ ਉਹਨੂੰ ਗਾਂਹ ਕੋਈ ਲੰਮਾ ਚੌੜਾ ਕੇਸ ਸੋਚਦੇ ਆ ਕਰਨ ਦੀ ਜਾਂ ਕਿੱਦਾਂ। ਤੇ ਇਹ ਵੀ ਗੱਲ ਆ ਜੀ, ਦੇਖੋ ਇੱਕ ਰਾਸ਼ਟਰਪਤੀ ਆ, ਪ੍ਰੈਜ਼ੀਡੈਂਟ ਆ, ਉਹ ਵੀ ਦੁਨੀਆ ਦੇ ਨੰਬਰ 1 ਮੁਲਕ ਦੇ ਪ੍ਰੈਜ਼ੀਡੈਂਟ, ਉਹਦੇ ਜੇ ਕੋਈ ਗਲਤੀ ਕੀਤੀ ਉਹਦੇ ਮੁੰਡੇ ਨੂੰ ਨਹੀਂ ਬਖਸ਼ਦੇ। ਇੱਥੇ ਇਹ ਨਹੀਂ ਹੈਗਾ ਵੀ ਤੁਸੀਂ ਜੇ ਕਿਸੇ ਨੇ ਗਲਤੀ ਕੀਤੀ ਹੈ ਤੇ ਉਹਨੂੰ ਸਿਫਾਰਿਸ਼ ਚੱਲ ਜੂਗੀ। ਇੱਥੇ ਕਿਸੇ ਦੀ ਕੋਈ ਸਿਫਾਰਿਸ਼ ਨਹੀਂ। ਜੇ ਕੋਈ ਡਿਫਾਲਟਰ ਆ, ਉਹ ਦੇਖੋ ਡੋਨਲਡ ਟਰੰਪ ਦੇ ਵੀ ਇਹੀ ਗੱਲ ਹੋਈ ਹੈ, ਉਹ ਤਾਂ ਖੁਦ ਪ੍ਰੈਜ਼ੀਡੈਂਟ ਸੀਗੇ। ਹਾਂਜੀ, ਇਹ ਪ੍ਰੈਜ਼ੀਡੈਂਟ ਦਾ ਮੁੰਡਾ, ਮਤਲਬ ਗਾਂਹ ਦੀ ਗਾਂਹ ਇਸ ਤਰ੍ਹਾਂ ਹੀ ਆ। ਇਹ ਪਹਿਲਾ ਮੌਕਾ ਕਿ ਕਿਸੇ ਪ੍ਰੈਜ਼ੀਡੈਂਟ ਦੇ, ਮੌਜੂਦਾ ਪ੍ਰੈਜ਼ੀਡੈਂਟ ਦੇ ਮੁੰਡੇ ਤੇ ਮਤਲਬ ਕੋਈ ਨਾ ਕੋਈ ਕੇਸ ਜਿਹੜੇ ਉਹ ਪਾਉਣ ਦੀ ਗੱਲ ਚੱਲੀ ਆ। ਜੀ ਬਿਲਕੁਲ, ਇਹ ਦੋਨੋਂ ਪਾਰਟੀਆਂ ਇਸ ਵੇਲੇ ਡੈਮੋਕ੍ਰੇਟ ਤਾਂ ਕਹਿ ਰਹੇ ਆ, ਪਰ ਕਾਫੀ ਰਿਪਬਲਿਕਨ ਵੀ ਇਹ ਕਹਿ ਰਹੇ ਆ ਕਿ ਇਹ ਇੱਕ ਜਿਹੜਾ ਇਲੈਕਸ਼ਨ ਸਟੰਟ ਆ, ਇਹਦੇ ਵਿੱਚ ਕੋਈ ਹੈ ਨਹੀਂਗਾ ਕੇਸ ਦੇ ਵਿੱਚ ਜਿਹੜਾ ਕਿ ਜ਼ਰੂਰੀ ਹੈਗਾ। ਬਾਕੀ ਜੀ ਅਮਰੀਕੀ ਰਾਸ਼ਟਰਪਤੀ ਲਈ ਜਿਹੜੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਦੌੜ ਲੱਗੀ ਪਈ ਆ। ਇਹਦੇ ਵਿੱਚ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਵੱਖਰੇ ਵੱਖਰੇ ਮੂਲ ਦੇ, ਇੱਥੋਂ ਦੇ ਵੀ ਤੇ ਬਾਹਰੋਂ ਵੀ ਕਈ ਲੋਕ ਜਿਹੜੇ ਆ ਸ਼ਾਮਲ ਹੋਏ ਆ। ਤੇ ਇਸ ਵੇਲੇ ਜਿਹਦੀ ਸਭ ਤੋਂ ਵੱਧ ਚਰਚਾ ਹੋਈ ਹੈ ਪਿਛਲੇ ਕੁਝ ਹਫ਼ਤਿਆਂ ਵਿੱਚ, ਰਾਮਾ ਸਵਾਮੀ, ਤੇ ਉਹਨਾਂ ਦਾ ਇੱਕ ਕੀ ਬਿਆਨ ਹੈਗਾ ਜਿਹੜਾ ਕਿ ਇਸ ਵੇਲੇ ਲੋਕਾਂ ਨੂੰ ਬੜਾ ਸਰਪ੍ਰਾਈਜ਼ ਕਰ ਰਿਹਾ, ਲੋਕਾਂ ਨੂੰ ਬੜਾ ਜਿੱਦਾਂ ਬੜਾ ਇਹ ਹੈਰਾਨਗੀ ਦੀ ਗੱਲ ਹੈ। 38 ਸਾਲਾ ਭਾਰਤੀ ਮੂਲ ਦਾ ਜਿਹੜਾ ਰਾਮਾ ਸਵਾਮੀ ਆ, ਇਹਦੇ ਪਰਿਵਾਰ ਨੂੰ ਇੱਥੇ ਇਹਨੂੰ ਸਿਰਫ 40 ਸਾਲ ਹੋਏ ਆ। ਆਪ ਤਾਂ ਇਹ ਬਾਹਰੋਂ ਆਇਆ ਹੈ ਜੀ। ਇਹ ਆਉਂਦਾ ਹੀ ਕਹਿੰਦਾ ਵੀ ਮੈਂ ਜਿਹੜੀਆਂ ਟਰੰਪ ਦੀਆਂ ਨੀਤੀਆਂ
ਮੈਂ ਉਹ ਲਾਗੂ ਕਰੂੰਗਾ ਵੀ ਤੂੰ ਪਹਿਲਾਂ ਤਾਂ ਆਪਣਾ ਦੇਖ ਲੈ ਵੀ ਜੇ ਤੂੰ ਇੱਥੇ ਬਾਹਰੋਂ ਆਇਆ ਤਾਂ ਹੋਰਾਂ ਨੂੰ ਵੀ ਆਪਣਾ ਬੈਟਰ ਫਿਊਚਰ ਜਿਹੜਾ ਉਹ ਬਣਾਉਣ ਦੇ। ਜੀ ਤੇ ਇਹਨੇ ਪਿਛਲਾ ਜਿਹੜਾ ਡਿਬੇਟ ਹੋਇਆ ਸੀ ਉਹਦੇ ਵਿੱਚ ਇਹ ਕਾਫੀ ਉੱਤੇ ਇਹਦਾ ਨਾਂ ਆ ਗਿਆ ਸੀ, ਕਿਉਂਕਿ ਉੱਥੇ ਟਰੰਪ ਤਾਂ ਗਿਆ ਨਹੀਂ ਜੀ ਬਿਲਕੁਲ, ਕਿਉਂਕਿ ਟਰੰਪ ਨੂੰ ਪਤਾ ਸੀਗਾ ਵੀ ਹਾਲੇ ਕਿਉਂਕਿ ਕੇਸ ਚੱਲ ਰਹੇ ਉਹਦੇ ਵੀ ਹਾਲੇ ਜਿੰਨਾ ਚਿਰ ਉਹ ਕਲੀਅਰ ਨਹੀਂ ਹੁੰਦੇ ਮੈਂ ਕਿਸੇ ਵੀ ਡਿਬੇਟ ਵਿੱਚ ਹਿੱਸਾ ਨਾ ਲਵਾਂ। ਅਦਰਵਾਈਜ਼ ਉਹਦਾ ਇਹ ਕਹਿਣਾ ਸੀ ਉਦੋਂ ਕਿ ਇਹ ਜਿਹੜਾ ਡਿਬੇਟ 'ਚ ਤਾਂ ਮੈਂ ਤਾਂ ਹਿੱਸਾ ਲਵਾਂ ਮੈਨੂੰ ਕੋਈ ਜਾਣਦਾ ਨਾ ਹੋਵੇ। ਜੀ ਬਿਲਕੁਲ, ਮੈਂ ਐਕਸ ਪ੍ਰੈਜ਼ੀਡੈਂਟ ਮੇਰੇ ਬਾਰੇ ਲੋਕਾਂ ਨੂੰ ਵੈਸੇ ਹੀ ਪਤਾ, ਮੇਰੀ ਪਾਲਿਸੀਜ਼ ਬਾਰੇ ਮੈਨੂੰ ਪਤਾ, ਇਸ ਕਰਕੇ ਮੈਂ ਨਹੀਂ ਜਾਣਾ। ਪਰ ਉਦੋਂ ਜਦੋਂ ਇਹਦੀ ਸ਼ਰੇਆਮ ਦੋ ਭਾਰਤੀਆਂ ਦੀ ਆਪਸ 'ਚ ਇੱਕ ਬੀਬੀ ਸੀ, ਇੱਕ ਇਹ ਸੀ ਨਿੱਕੀ ਹੈਲੀ ਰੰਧਾਵਾ, ਤੇ ਉਹ ਵੀ ਪ੍ਰੈਜ਼ੀਡੈਂਟ ਦੀ ਕੈਂਡੀਡੇਟ ਆ, ਉਹ ਪੰਜਾਬਣ, ਤੇ ਇਹ ਜਿਹੜਾ ਇਹ ਸਾਊਥ ਇੰਡੀਅਨ ਆ ਬੇਸਿਕਲੀ, ਤੇ ਇਹਨਾਂ ਦੋਵਾਂ ਦੀ ਕਾਫੀ ਬਹਿਸ ਹੋਈ। ਉਹਦੇ ਵਿੱਚ ਇਹ ਮਤਲਬ ਜੇਤੂ ਕਰਾ ਦਿੱਤਾ ਗਿਆ ਵੀ ਇੱਕ ਤਰ੍ਹਾਂ ਦਾ ਲੋਕਾਂ ਨੇ ਮੰਨਿਆ ਵੀ ਇਹ ਜਿੱਤ ਗਿਆ। ਹੁਣ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਨਾ ਬੰਦਾ ਨਹੀਂ ਕਹਿੰਦਾ ਵੀ ਮੈਂ ਭੁੱਤਰ ਗਿਆ, ਵੀ ਜੇ ਇੱਕ ਹੋਰ ਗਵਰਨਰ ਆ ਉਹਨਾਂ ਨੇ ਮਤਲਬ ਇਹੋ ਗੱਲ ਕੀਤੀ ਐਕਸਾਈਟਮੈਂਟ ਜ਼ਿਆਦਾ ਹੋ ਗਈ। ਇਹ ਹੁਣ ਕਹਿੰਦੇ ਆ ਜੀ ਅਸੀਂ ਜੀ ਇਹ ਬੰਦ ਹੀ ਕਰ ਦੇਣੇ ਆ, ਜਿਹੜੇ ਡਿਪਾਰਟਮੈਂਟ ਦੇ ਬੰਦੇ ਜਿਹੜੇ ਹੈਗੇ ਉਹ ਕੱਢ ਦੇਣੇ ਆ, ਹਾਂਜੀ ਉਹ ਲੇ ਆਫ ਕਰ ਦੇਣੇ ਆ, ਚਾਹੇ ਉਹ ਸੁਰੱਖਿਆ ਦਸਤੇ ਆ, ਹਾਂਜੀ FBI ਆ। ਦੇਖੋ ਡਿਪਾਰਟਮੈਂਟ ਜਿਹੜੇ ਸਾਰੇ ਵੱਡੇ ਡਿਪਾਰਟਮੈਂਟ ਜਿਹਦੀ ਲੋੜ ਆ ਕੰਟਰੀ ਨੂੰ, ਸਿੱਖਿਆ ਵਿਭਾਗ, ਹਾਂਜੀ FBI, ਸ਼ਰਾਬ, ਤੰਬਾਕੂ, ਹਥਿਆਰ, ਵਿਸਫੋਟਕ ਪਰਮਾਣੂ ਰੈਗੂਲੇਟਰੀ ਕਮਿਸ਼ਨ, ਇੰਟਰਨਲ ਰੈਵਨਿਊ ਸਰਵਿਸ IRS, ਠੀਕ ਹੈ, ਤੇ ਵਣਜ ਵਿਭਾਗ, ਇਹ ਸਾਰੇ ਕਹਿੰਦੇ ਸਾਰੇ ਜਿਹਦੀ ਲੋੜ ਆ ਕੰਟਰੀ ਨੂੰ, ਉਹ ਕਹਿੰਦਾ ਮੈਂ ਉਹਦੇ ਲੇ ਆਫ ਕਰ ਦੇਣਾ ਬੰਦੇ 75% ਜਿੱਦਾਂ ਫਿਰ ਕਹਿੰਦੇ ਅਸੀਂ ਬੰਦੇ ਕੱਢ ਦੇਣੇ ਆ ਜੀ। ਤੇ ਇਹ ਤਾਂ ਬੜੀ ਮਤਲਬ ਹੋਰ ਹਾਸੋ ਹੀ ਨਹੀਂ ਜੀ ਹੁਣ ਗੱਲ ਲੱਗਦੀ ਆ ਵੀ ਇਹ ਕਿਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ। 16 ਲੱਖ ਤੋਂ ਵੱਧ ਨੌਕਰੀਆਂ ਕਹਿੰਦੇ ਉਹ ਖਤਮ ਹੀ ਕਰ ਦੇਣੀਆਂ ਕਹਿੰਦੇ। ਜੇ 22 ਲੱਖ ਲੋਕ ਕੰਮ ਕਰਦੇ ਆ ਫੈਡਰਲ ਦੇ ਢਾਂਚੇ ਵਿੱਚ ਤਾਂ 16 ਲੱਖ ਨੂੰ ਬਾਹਰ ਕੱਢ ਦੇਣਾ। ਇੱਕ ਪਾਸਿਓਂ ਆਮ ਤੌਰ ਤੇ ਇਹ ਹੁੰਦਾ ਵੀ ਕੋਈ ਕੈਂਡੀਡੇਟ ਹੁੰਦਾ ਉਹ ਕਹਿੰਦਾ ਜੀ ਮੈਂ ਇੰਪਲੋਇਮੈਂਟ ਵਧਾਊਂਗਾ, ਇਹ ਕਹਿੰਦਾ ਮੈਂ ਲੇ ਆਫ ਕਰ ਦੂੰਗਾ। ਮੈਨੂੰ ਤਾਂ ਲੱਗਦਾ ਵੀ ਜਿਹੜੇ ਉਹਦੇ ਪਰਿਵਾਰ ਹੋਣਗੇ ਜਿਹੜੇ ਉਹਨਾਂ ਲੋਕਾਂ ਦੇ ਉਹਦੇ ਅਗੇਂਸਟ ਵੋਟ ਭੁਗਤੀ ਜਾਣੀ, ਇਹਨੇ ਤਾਂ ਵੋਟਾਂ ਤੋੜੀਆਂ ਬਜਾਏ ਇਹਨੇ ਵੋਟਾਂ ਜੋੜਨ ਤੋਂ। ਕੋਈ ਸਿਆਣਪ ਨਹੀਂ ਮੈਨੂੰ ਲੱਗੀ ਇਹਦੇ 'ਚ। ਤੇ ਚਲੋ ਅਗਲੇ ਦਾ ਆਪਣੀ ਥਿੰਕਿੰਗ ਆ, ਹਾਲੇ ਕੈਂਡੀਡੇਟ ਬਹੁਤ ਆ, ਇਹ ਨਹੀਂ ਵੀ ਇਕੱਲਾ ਹੀ ਕੈਂਡੀਡੇਟ ਆ, ਕੈਂਡੀਡੇਟ ਕਾਫੀ ਆ ਰਿਪਬਲਿਕਨ ਪਾਰਟੀ ਦਾ। ਦੇਖੋ ਕਿਹੜਾ ਅਖੀਰ 'ਚ ਉੱਭਰ ਕੇ ਸਾਹਮਣੇ ਆਉਂਦਾ। ਬਿਲਕੁਲ। G20 ਹੋ ਕੇ ਹਟਿਆ, ਭਾਰਤ ਦੇ G20 ਉੱਥੇ ਜਿਹੜਾ ਕਰਾਇਆ ਉਹਨਾਂ ਦੀ ਕਾਫੀ ਚਰਚਾ ਆ, ਸਾਰੀ ਦੁਨੀਆ ਵਿੱਚ ਬੜੀ ਚਰਚਾ ਆ। ਭਾਵੇਂ ਕਿ ਸਾਡੇ ਇੰਡੀਆ ਦੇ ਵਿੱਚ ਹੀ ਉਹਦੇ ਵਿੱਚ ਕਈ ਉਹਦੇ ਵਿਰੋਧੀ ਵੀ ਬਿਆਨ ਆ ਰਹੇ ਆ, ਕਈ ਲੋਕੀ ਨਾ ਖੁਸ਼ ਵੀ ਆ, ਕਈਆਂ ਨੇ ਇਹ ਵੀ ਕਿਹਾ ਵੀ ਜੋ ਕੁਛ ਹੋਇਆ ਇਹ ਕੋਈ ਬਣਦੀ ਗੱਲ ਨਹੀਂ, ਬਣੀ ਨਹੀਂ, ਜਾਂ ਉਹਦਾ ਜੋ ਵੀ ਆਪਾਂ ਕਹੀਏ ਫਾਈਨਲ ਸਿੱਟਾ ਜਿਹੜਾ ਸੀ ਉਹਦੇ ਵਿੱਚ ਸਾਰੇ ਲੋਕ ਖੁਸ਼ ਨਹੀਂ ਹੋਏ। ਪਰ ਉਹਦੇ ਨਾਲ ਦੇ ਨਾਲ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਸਾਡੇ ਨਰਿੰਦਰ ਮੋਦੀ ਸਾਹਿਬ ਨੇ ਕੋਈ ਇੱਕ ਸਮਝੌਤਾ ਹੋਇਆ ਕਿ ਮਨੀਪੁਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਤੇ ਵੀ ਧਾਰਮਿਕ ਆਜ਼ਾਦੀ ਬਾਰੇ ਗੱਲ ਹੋਈ ਹੈ ਉਹਨਾਂ ਦੀ। ਤੇ ਧਾਰਮਿਕ ਆਜ਼ਾਦੀ ਬਾਰੇ ਹੁਣ ਇੱਥੋਂ ਦੀ ਇੱਕ ਸੰਸਥਾ ਹੈਗੀ ਆ USCIRF, ਉਹਨਾਂ ਦੇ ਬਿਹਾਫ ਤੇ ਜਿਹੜਾ ਇਹ ਸਾਰੀ ਗੱਲਬਾਤ ਹੋਊਗੀ। ਉੱਥੇ ਜਾ ਕੇ ਇਹ ਘੋਖ ਕਰਨ ਕਹਿ ਲਓ ਵੀ ਵਾਕਈ ਜਿਹੜੀ ਧਾਰਮਿਕ ਆਜ਼ਾਦੀ ਆ ਉਹ ਭਾਰਤ ਵਿੱਚ ਉਹ ਠੀਕ ਨਹੀਂ ਹੈਗੀ, ਉਹਦੇ ਜਿਹੜੇ ਹਾਲਾਤ ਠੀਕ ਨਹੀਂ ਹੈਗੇ। ਤੇ ਉਹਦੇ ਬਾਰੇ ਹੁਣ ਇਹ ਸਾਰਾ ਹੈਗਾ ਕਿਉਂਕਿ ਇਹ ਹੋ ਰਿਹਾ ਦੋਵਾਂ ਮੁਲਕਾਂ ਦੇ ਸਹਿਮਤੀ ਨਾਲ ਹੀ, ਇਹ ਨਹੀਂ ਵੀ ਕੋਈ ਥੋਪਿਆ ਜਾ ਰਿਹਾ। ਦੋਵਾਂ ਮੁਲਕਾਂ ਦੀ ਸਹਿਮਤੀ ਹੈ ਤੇ ਉਸ ਹਿਸਾਬ ਨਾਲ ਉਹ ਘੋਖ ਕਰਨਗੇ, ਕਿਉਂਕਿ ਇੰਡੀਆ ਨੇ ਆਪਣਾ ਦੱਸਣਾ ਵੀ ਅਸੀਂ ਧਾਰਮਿਕ ਆਜ਼ਾਦੀ ਜੇ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ। ਇਹਨਾਂ ਨੇ ਇਹ ਘੋਖ ਕਰਨੀ ਆ ਵੀ ਕੀ ਜਿਹੜੀਆਂ ਪਿੱਛੇ ਜੇ ਘਟਨਾਵਾਂ ਹੋਈਆਂ ਵੀ ਕਿਤੇ ਉਹਦੇ ਕੋਈ ਗਲਤੀ ਤਾਂ ਨਹੀਂ ਕਿਸੇ ਕੰਟਰੀ ਦੀ, ਜਾਂ ਇਹਦਾ ਕੀ ਰਿਜ਼ਲਟ ਕੀ ਨਿਕਲਦਾ, ਸਿੱਟਾ ਕੀ ਨਿਕਲਦਾ, ਉਹ ਬਾਅਦ ਦੇ ਵਿੱਚ ਪਤਾ ਲੱਗੂਗਾ, ਟਾਈਮ ਲੱਗੂਗਾ। ਪਰ ਇਹ ਇੱਕ ਵਧੀਆ ਮੇਰਾ ਖਿਆਲ ਸ਼ੁਰੂਆਤ ਆ ਜੇ ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਬਾਹਰਲੇ ਮੁਲਕ ਤੋਂ ਹੋ ਰਹੀ ਆ। ਇਦੋਂ ਅੱਗੇ ਜੀ 1 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਸੰਯੁਕਤ ਰਾਜ ਵਿੱਚ ਪਿਛਲੇ ਸਾਲ ਹੋਈਆਂ, ਉਹਨਾਂ ਦੇ ਵਿੱਚੋਂ 1,09,680 ਮੌਤਾਂ ਹੋਈਆਂ, ਪਰ ਉਹਨਾਂ ਵਿੱਚੋਂ 75,000 ਫੈਂਟੈਲ ਤੇ ਹੋਰ ਜਿਹੜੇ ਡਰੱਗਸ ਨਾਲ ਮੌਤਾਂ ਹੋਈਆਂ। ਇਹ ਨਿੱਜਰ ਸਾਹਿਬ ਇਸ ਤਰ੍ਹਾਂ ਇਹ ਖਬਰ ਰਿਲੇਟਡ ਆ ਮੈਕਸੀਕੋ ਨਾਲ ਜੀ। ਮੈਕਸੀਕੋ ਤੋਂ ਭਾਰੀ ਗਿਣਤੀ ਵਿੱਚ ਜਿਹੜੇ ਸਮਗਲਿੰਗ ਜਿਹੜੀ ਆ ਉਹ ਬਾਰਡਰ ਤੋਂ ਹੁੰਦੀ ਆ। ਤੇ ਹੁਣ ਪਿੱਛੇ ਜੇ ਇੱਕ ਮੈਨੂੰ ਨਾਂ ਭੁੱਲ ਗਿਆ ਉਹਦਾ ਬੜਾ ਵੱਡਾ ਇੱਕ ਸਮਗਲਰ ਸੀ, ਉਹਦੇ ਮੁੰਡੇ ਨੂੰ ਵੀ ਇਹਨਾਂ ਨੇ ਹੁਣ ਅਰੈਸਟ ਕਰ ਲਿਆ। ਉਹ ਸਮਗਲਰ ਇੱਕ ਵਾਰੀ ਜੇਲ੍ਹ ਤੋੜ ਕੇ ਵੀ ਭੱਜ ਗਿਆ ਸੀਗਾ, ਤੇ ਉਹਦਾ ਮੁੰਡਾ ਹੁਣ ਅਰੈਸਟ ਕੀਤਾ। ਤੇ ਉਦੋਂ ਇਹ ਫਿਰ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਹੁਣ ਤੱਕ ਇਹਨਾਂ ਨੇ ਫਿਰ ਜਿਹੜਾ ਇੱਕ ਦੱਸਿਆ ਸੰਯੁਕਤ ਰਾਜ ਵਿੱਚ ਪਿਛਲੇ ਸਾਲ ਜਿਹੜਾ ਅੰਦਾਜ਼ਨ ਕਹਿੰਦੇ ਵੀ 1,09,680 ਮੌਤਾਂ ਹੋਈਆਂ, ਤੇ ਜਿਹਦੇ 'ਚੋਂ
75000 ਫੈਂਟਾਨਿਲ, ਇਹ ਵੀ ਕੋਈ ਡਰੱਗ ਦਾ ਹੀ ਇੱਕ ਹੈ। ਅਤੇ ਹੋਰ ਸਿੰਥੈਟਿਕ ਓਪੀਓਡ ਜਿਹੜੇ ਵਰਤੇ ਜਾਂਦੇ, ਜਿਹੜੇ ਵਰਤਦੇ ਸੀ, ਉਹ ਮਰੇ। ਹੁਣ ਆਪਾਂ ਇੱਥੇ ਦੇਖਦੇ ਹਾਂ ਕੋਈ ਸਟੂਡੈਂਟ ਪੜ੍ਹਨ ਹੁੰਦਾ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਵੀ ਇਹ ਕਿੰਨੀਆਂ ਸਟਰੋਂਗ ਦਵਾਈਆਂ, ਇਹ ਤਾਂ ਸੁਸਾਈਡ ਕਰਨ ਵਾਲੀ ਗੱਲ ਆ। ਇਹ ਇੰਡੀਆ ਦੇ ਹਿਸਾਬ ਨਾਲ ਉਹ ਨਸ਼ੇ ਜਿਹੜੇ ਹੁੰਦੇ ਆ ਉਹ ਉੱਥੇ ਵੀ ਮਾੜੇ ਹੀ ਆ, ਪਰ ਉਹਦੀ ਡੋਜ਼ ਘੱਟ ਹੁੰਦੀ ਆ। ਇੱਥੇ ਜਿਹੜੀ ਡੋਜ਼ ਜ਼ਿਆਦਾ ਹੈ, ਇਹ ਹੋਣ ਕਰਕੇ ਇੱਥੇ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਹੋਰ ਵੀ ਜ਼ਿਆਦਾ ਹੋ ਜਾਂਦੀ ਆ। ਅਤੇ ਇਸ ਕਰਕੇ ਜਿਹੜੇ ਸਾਡੇ ਖਾਸ ਕਰਕੇ ਨਵੇਂ ਹੁੰਦੇ ਆ ਜਾਂ ਸਟੂਡੈਂਟ ਵੀਜ਼ਾ ਵਾਲੇ ਆ, ਇਹ ਜਿਹੜੀ ਡਰੱਗ ਆ ਬਿਲਕੁਲ ਨਾ ਲੈਣ। ਇਹ ਮੌਤ ਦਾ ਘਰ ਆ, ਅਤੇ ਇਹਦੇ ਨਾਲ ਬਹੁਤ ਸਾਰੀਆਂ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਆਲਰੇਡੀ ਉਹ ਜਾ ਚੁੱਕੀਆਂ। ਰੰਧਾਵਾ ਸਾਹਿਬ, ਇਹ ਖਬਰ ਜਿਹੜੀ ਆਮ ਇੰਗਲਿਸ਼ ਚੈਨਲ ਦੇ ਉੱਤੇ ਵੀ ਆ ਚੁੱਕੀ ਆ ਔਰ ਆਉਂਦੀ ਰਹਿੰਦੀ ਆ ਅਕਸਰ ਐਵਰੀ ਅਦਰ ਡੇ, ਕਿ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਉਹ ਕੈਂਡੀਆਂ ਵਾਂਗੂ ਜਿੱਦਾਂ ਰੰਗ ਬਿਰੰਗੀਆਂ ਗੋਲੀਆਂ ਬਣਾ ਕੇ ਦਿੰਦੇ ਆ, ਅਤੇ ਉਹ ਤੁਹਾਨੂੰ ਜਿੱਦਾਂ ਤੁਸੀਂ 9ਵੀਂ 10ਵੀਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਖਾਸ ਖਿਆਲ ਰੱਖੋ, ਉਹਨਾਂ ਨੂੰ ਕਹਿੰਦੇ ਕੈਂਡੀ ਆ। ਈਵਨ ਜਿਹੜੀ M&M ਕੈਂਡੀ ਆ, ਲਾਸਟ 2 ਦਿਨ ਪਹਿਲਾਂ ਦੀ ਮੈਂ ਖਬਰ ਸੁਣੀ, M&M ਕੈਂਡੀ ਜਿਹੜੀ ਆ ਉਹਦੇ ਉੱਤੇ ਵੀ ਬੈਨ ਲੱਗਣ ਜਾ ਰਿਹਾ ਕੈਲੀਫੋਰਨੀਆ 'ਚ। ਇੱਕ ਨਵਾਂ ਬਿੱਲ ਪੇਸ਼ ਕੀਤਾ ਆ, ਕਿਉਂਕਿ ਉਹ M&M ਤੇ ਇਹ ਜਿਹੜਾ ਫੈਂਟੈਨਲ ਹੈਗਾ, ਇਹ ਆਲਮੋਸਟ ਸਿਮਿਲਰ ਕਰਕੇ ਉਹ ਨਿਆਣਿਆਂ ਨੂੰ ਖਿਲਾਈ ਜਾਂਦੀ ਹੈ। ਜੀ। ਇੱਦੋਂ ਅੱਗੇ ਕੈਨੇਡਾ ਵੱਲ ਚੱਲੀਏ ਜੀ। ਜਦੋਂ ਦੇ ਟਰੂਡੋ ਸਾਹਿਬ ਇੰਡੀਆ ਤੋਂ ਵਾਪਸ ਆਏ ਆ, ਉਹਨਾਂ ਦੇ ਕਾਫੀ ਖਬਰਾਂ ਕਾਫੀ ਚਰਚਾ ਵਿੱਚ ਆ। ਉਹ ਇੱਕ ਤਾਂ ਇਹ ਆ ਕਿ ਵਿਰੋਧੀ ਪਾਰਟੀ ਇਹ ਕਹਿ ਰਹੀ ਹੈ ਕਿ ਟਰੂਡੋ ਸਾਹਿਬ ਨੇ ਕੈਨੇਡਾ ਦਾ ਜਿਹੜਾ ਸਿਰ ਨੀਵਾਂ ਕੀਤਾ। ਬਹੁਤੇ ਲੋਕ ਖੁਸ਼ ਨਹੀਂ ਹੈਗੇ ਬਿਲਕੁਲ, ਤੇ ਉਹਨੇ ਆਪਣਾ ਪ੍ਰਭਾਵ ਨਹੀਂ ਛੱਡਿਆ ਉੱਥੇ, ਬਿਲਕੁਲ। ਦੂਜੇ ਕਰਕੇ ਕੋਈ ਇੱਕ ਮਤਲਬ ਤਕੜਾ ਲੀਡਰ ਨਹੀਂ ਸਾਬਤ ਹੋਇਆ ਜਾ ਕੇ। ਤੇ ਦੂਸਰਾ ਉਹਨਾਂ ਦਾ ਪਲੇਨ ਵੀ 2 ਦਿਨ ਖਰਾਬ ਰਿਹਾ ਉੱਥੇ, ਤੇ ਉਹਨੇ ਉਹ 에ਅਰ ਇੰਡੀਆ ਨੇ, ਈਵਨ ਇੰਡੀਅਨ ਗੌਰਮੈਂਟ ਨੇ ਉਹਨਾਂ ਨੂੰ ਆਫਰ ਕੀਤਾ ਸੀ ਆਪਣਾ A1, ਉਹ ਕਹਿੰਦੇ ਵੀ ਨਹੀਂ, ਅਸੀਂ ਸਾਡਾ ਦੂਜਾ ਜਹਾਜ਼ ਜਾ ਕੇ ਉਹਨਾਂ ਨੂੰ ਲੈ ਕੇ ਆਏ। ਤੇ ਇਸ ਵੇਲੇ ਇੰਟਰਨਲ ਜੇ ਦੇਖਿਆ ਵੀ ਅੰਦਰੂਨੀ ਤੌਰ ਤੇ ਕੈਨੇਡਾ ਵਿੱਚ ਕਾਫੀ ਵਿਰੋਧਤਾ ਹੋ ਰਹੀ ਹੈ ਟਰੂਡੋ ਸਾਹਿਬ ਦੀ ਹਰ ਪਾਸਿਓਂ। ਨਾਲ ਦੀ ਨਾਲ ਜਿਹੜੇ ਨਵੇਂ ਸਾਡੇ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਆ ਵੀ ਪ੍ਰਵਾਸੀਆਂ ਨੂੰ ਘੱਟੋ ਘੱਟ ਵੀ ਜਿਹੜੀਆਂ ਇੰਨੀਆਂ ਰੈਂਟਲ ਪ੍ਰੋਪਰਟੀਆਂ ਜਿਹੜੀਆਂ ਰੈਂਟ ਬਹੁਤ ਜ਼ਿਆਦਾ ਆ, ਰਿਹਾਇਸ਼ੀ ਜਿਹੜੀਆਂ ਗੱਲਾਂ ਆ, ਉਹਨਾਂ ਦੇ ਉੱਤੇ ਕੋਈ ਨਾ ਕੋਈ ਕਹਿੰਦੇ ਕੰਟਰੋਲ ਹੋਣਾ ਚਾਹੀਦਾ। 53% ਜਿਹੜੇ ਲੋਕ ਆ ਨੈਨੋਸ ਸਰਵੇਖਣ ਜਿੱਦਾਂ ਆਪਾਂ ਸੈਨਸ ਇੱਥੇ ਕਿੰਨੇ ਆ, ਉਹਦੇ ਵਿੱਚ ਉਹਨੇ ਕਿਹਾ ਵੀ 34% ਪਹਿਲਾਂ ਕਹਿੰਦੇ ਸੀ ਮਾਰਚ ਵਿੱਚ, ਹੁਣ 53% ਲੋਕਾਂ ਨੇ ਕਿਹਾ ਕਿ ਇਸ ਗੱਲ ਦੇ ਉੱਤੇ ਤੁਸੀਂ ਜ਼ਰੂਰ ਕੰਟਰੋਲ ਕਰੋ ਕਿ ਜਿਹੜੇ ਆਉਂਦੇ ਆ ਸਟੂਡੈਂਟ, ਉਹਨਾਂ ਨੂੰ ਇੰਨਾ ਮਹਿੰਗਾ ਕਿਰਾਇਆ ਨਾ ਦੇਣਾ ਪਵੇ, ਇੰਨੀਆਂ ਮਹਿੰਗੀਆਂ ਰਿਹਾਇਸ਼ਾਂ ਨਾ ਮਿਲਣ। ਅਤੇ 9 ਲੱਖ ਜਿਹੜਾ ਅੰਤਰਰਾਸ਼ਟਰੀ ਸਟੂਡੈਂਟ ਪਿਛਲੇ ਸਾਲ ਆਇਆ, ਉਹਦੇ ਵਿੱਚ ਉਹਨੇ ਕਿਹਾ ਉਹਨਾਂ ਦੀ ਗਿਣਤੀ ਘਟਾਓ। ਓਟਾਵਾ ਦੇ ਵਿੱਚ ਇਕੱਲੇ ਦੇ ਵਿੱਚ 2023 ਵਿੱਚ 4,65,000 ਦੇ ਟੀਚਾ ਆ ਪ੍ਰਵਾਸੀਆਂ ਨੂੰ ਸੱਦਣ ਦਾ। ਅਤੇ ਇਹਦੇ ਕਰਕੇ ਕੈਨੇਡਾ ਦੇ ਜਿਹੜੇ ਆਰਥਿਕ ਦਬਾਅ ਬਾਰੇ ਬਹੁਤ ਕੈਨੇਡੀਅਨ ਜਿਹੜੇ ਆ ਮਹਿਸੂਸ ਕਰਦੇ ਆ ਕਿ ਖਾਸ ਤੌਰ 'ਤੇ ਮਕਾਨਾਂ ਦੀ ਕੀਮਤ ਕਿਸੇ ਵੀ ਚੀਜ਼ ਨਾਲੋਂ ਕਹਿੰਦੇ ਘੱਟ ਨਹੀਂ, ਕਾਫੀ ਉੱਤੇ ਮਹਿੰਗਾਈ ਹੋਈ ਹੈ। ਲਈਏ ਜੀ ਇਜਾਜ਼ਤ? ਜੀ ਬਿਲਕੁਲ ਜੀ, ਚਲੋ ਠੀਕ ਆ ਜੀ, ਅਗਲੀ ਵਾਰੀ ਫੇਰ ਮਿਲਦੇ ਹਾਂ ਜੀ। ਬਿਲਕੁਲ ਜੀ, ਹੋਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਲੈ ਕੇ ਕੈਨੇਡਾ ਤੇ ਅਮਰੀਕਾ ਦੀਆਂ। ਜੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।